मैं हाँ ਭੁਲਿੰਦਰ ਸਿੰਘ ਵਿਰਮਾਨੀ ਤੇ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਫੇਮਸ 6 ਅਤੇ ਵੀ ਮੀਡੀਆ ਦੇ ਸਾਂਝੇ ਸਹਿਯੋਗ ਦੇ ਨਾਲ ਸਟ੍ਰੈਟੇਜਿਕ ਅਫੇਅਰਸ ਟਾਕ ਸ਼ੋ। ਅੱਜ ਦਾ ਮੁੱਦਾ ਬੇहद ਖਾਸ ਹੈ। ਜੀ ਹਾਂ, ਖੇਤੀ ਕਾਨੂੰਨਾਂ ਦੇ ਖਿਲਾਫ ਤਕਰੀਬਨ 2 ਹਫ਼ਤਿਆਂ ਤੋਂ ਪੰਜਾਬ, ਦਿੱਲੀ, ਹਰਿਆਣਾ ਅਤੇ ਹੋਰ ਸੂਬਿਆਂ ਤੋਂ ਕਿਸਾਨ ਜਿਹੜੇ ਨੇ ਦਿੱਲੀ ਦੇ ਵੱਖ-ਵੱਖ ਬਾਰਡਰਸ ਤੇ ਬੈਠੇ ਹੋਏ ਨੇ ਅਤੇ ਲਗਾਤਾਰ ਉਹਨਾਂ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਜੋ ਕਿ ਕੇਂਦਰ ਸਰਕਾਰ ਵੱਲੋਂ ਇਸੇ ਸਾਲ ਪਾਸ ਕੀਤੇ ਗਏ ਸਨ। ਕੇਂਦਰ ਸਰਕਾਰ ਨਾਲ ਇਸ ਮੁੱਦੇ ਨੂੰ ਲੈ ਕੇ ਤਕਰੀਬਨ ਕਈ ਮੀਟਿੰਗਾਂ ਵੀ ਹੋਈਆਂ, ਪਰ ਇਹ ਸਾਰੀਆਂ ਮੀਟਿੰਗਸ ਬੇਸਿੱਟਾ ਹੀ ਸਾਬਿਤ ਹੋਈਆਂ ਨੇ। ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਜਦੋਂ ਤੱਕ ਉਹਨਾਂ ਦੀਆਂ ਇਹਨਾਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਸਰਕਾਰ, ਉਹ ਧਰਨੇ ਨਹੀਂ ਛੱਡਣਗੇ, ਧਰਨੇ ਤੇ ਲਗਾਤਾਰ ਬੈਠੇ ਰਹਿਣਗੇ। ਗੌਰਤਲਬ ਹੈ ਕਿ ਹਜ਼ਾਰਾਂ ਹੀ ਕਿਸਾਨ ਸਿੰਘੂ ਬਾਰਡਰ, ਟਿਕਰੀ, ਬਹਾਦਰਪੁਰ ਅਤੇ ਗਾਜ਼ੀਪੁਰ ਬਾਰਡਰ ਤੇ ਬੈਠੇ ਹੋਏ ਨੇ। ਪੰਜਾਬ, ਹਰਿਆਣਾ, ਰਾਜਸਥਾਨ ਦੀਆਂ ਤਕਰੀਬਨ 40 ਕਿਸਾਨ ਜਥੇਬੰਦੀਆਂ ਤੇ ਫਿਰ ਉੱਤਰ ਪ੍ਰਦੇਸ਼, ਉੱਤਰਾਖੰਡ ਦੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੀ ਕਿਸਾਨ ਜਥੇਬੰਦੀਆਂ ਲਗਾਤਾਰ ਆਪਣੇ ਇਸ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਦਰਜ ਕਰਵਾ ਰਹੀਆਂ ਨੇ। ਸਿਆਸੀ ਦਲ, ਬਾਲੀਵੁੱਡ ਜਗਤ, ਖੇਤਰੀ ਸਿਤਾਰੇ, ਖਿਡਾਰੀ ਯਾਨੀ ਹਰ ਵੱਖ-ਵੱਖ ਅਦਾਰਿਆਂ ਨੇ ਕਿਸਾਨਾਂ ਨੂੰ ਆਪਣਾ ਸਮਰਥਨ ਵੀ ਦਿੱਤਾ ਹੋਇਆ। ਇੱਥੋਂ ਤੱਕ ਕਿ ਕਿਸਾਨਾਂ ਦੀ ਹਮਾਇਤ ਕਰਦੇ ਆ ਪੰਜਾਬ ਦੇ ਕਈ ਸਾਬਕਾ ਓਲੰਪਿਕ ਖਿਡਾਰੀਆਂ ਅਤੇ ਫਿਰ ਇੰਟਰਨੈਸ਼ਨਲ ਕੋਚਸ ਵੱਲੋਂ ਵੀ ਆਪਣੇ ਅਵਾਰਡ ਤੱਕ ਵਾਪਸ ਕਰ ਦਿੱਤੇ ਗਏ ਨੇ। ਕੇਂਦਰ ਵੱਲੋਂ 5 ਜੂਨ ਨੂੰ, ਤੁਹਾਨੂੰ ਦੱਸ ਦਈਏ ਕਿ ਇਸ ਸਾਲ 5 ਜੂਨ ਨੂੰ ਜਾਰੀ ਕੀਤੇ ਗਏ 3 ਆਰਡੀਨੈਂਸਸ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਮੋਰਚਾ ਖੋਲ੍ਹਿਆ ਗਿਆ ਸੀ ਅਤੇ ਫਿਰ ਲਗਾਤਾਰ ਕਿਸਾਨ ਇਹਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਆ ਰਹੇ ਨੇ। ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ ਇਹਨਾਂ ਆਰਡੀਨੈਂਸਸ ਨੂੰ ਬਦਲਣ ਲਈ 3 ਬਿੱਲ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਨੂੰ ਲੋਕ ਸਭਾ ਵਿੱਚ ਇੱਕ ਕਰਕੇ ਪਾਸ ਵੀ ਕਰ ਦਿੱਤਾ ਗਿਆ ਸੀ। ਅੱਗੇ ਵਧੀਏ, ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਆਖਰ ਇਹ ਬਿੱਲ ਕਹਿੰਦੇ ਕੀ ਨੇ ਅਤੇ ਫਿਰ ਇਹਨਾਂ ਬਿੱਲਾਂ ਨੂੰ ਤਫਸੀਲ ਨਾਲ ਜਾਣਨ ਦੇ ਲਈ ਸਾਡੇ ਨਾਲ ਖਾਸ 2 ਮਹਿਮਾਨ ਵੀ ਹੋਣਗੇ। ਪਰ ਬਿੱਲ ਆਖਰ ਕਹਿੰਦੇ ਕੀ ਨੇ, ਇੱਕ ਕਰਕੇ ਤੁਹਾਨੂੰ ਦੱਸ ਦਿੰਦੇ ਆ। ਬਿੱਲ ਨੰਬਰ 1 ਜੋ ਕਿ ਹੈ ਦ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਬਿੱਲ। ਜੀ ਹਾਂ, ਇਸ ਵਿੱਚ ਸਾਫ਼ ਦੱਸਿਆ ਗਿਆ ਕਿ ਅਜਿਹਾ ਇਕੋਸਿਸਟਮ ਬਣੇਗਾ ਜਿੱਥੇ ਕਿਸਾਨ ਮਨਚਾਹੀ ਥਾਂ ਤੇ ਫਸਲ ਵੇਚ ਸਕਣਗੇ। ਇੰਟਰਸਟੇਟ ਅਤੇ ਫਿਰ ਇੰਟਰਾਸਟੇਟ ਵਪਾਰ ਬਿਨਾਂ ਕਿਸੇ ਅੜਚਨ ਕੀਤਾ ਜਾ ਸਕੇਗਾ। ਇਲੈਕਟ੍ਰੋਨਿਕ ਟ੍ਰੇਡਿੰਗ ਤੋਂ ਵੀ ਆਪਣੀ ਫਸਲ ਵੇਚ ਸਕਣਗੇ ਕਿਸਾਨ। ਕਿਸਾਨਾਂ ਦੀ ਮਾਰਕੀਟਿੰਗ ਲਾਗਤ ਵੇਚੇਗੀ, ਜਿਹੜੇ ਕਿ ਇਲਾਕਿਆਂ ਵਿੱਚ ਕਿਸਾਨਾਂ ਕੋਲ ਵਾਧੂ ਫਸਲ ਹੈ ਉਹਨਾਂ ਸੂਬਿਆਂ ਵਿੱਚ ਉਹਨਾਂ ਨੂੰ ਚੰਗੀ ਕੀਮਤ ਮਿਲੇਗੀ। ਇਸੇ ਤਰ੍ਹਾਂ ਜਿਹੜੇ ਸੂਬਿਆਂ ਵਿੱਚ ਘਾਟ ਹੈ ਉੱਥੇ ਉਹਨਾਂ ਨੂੰ ਘੱਟ ਕੀਮਤ ਵਿੱਚ ਚੀਜ਼ ਵੀ ਮੁਹੱਈਆ ਕਰਵਾਈ ਜਾਏਗੀ। ਹੁਣ ਆਉਂਦੇ ਹਾਂ ਬਿੱਲ ਨੰਬਰ 2 ਤੇ। ਬਿੱਲ ਨੰਬਰ 2 ਕਹਿੰਦਾ ਹੈ ਦ ਫਾਰਮਰਸ ਐਗਰੀਮੈਂਟ ਆਫ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਬਿੱਲ 2020। ਜੀ ਹਾਂ, ਇਸ 2 ਨੰਬਰ ਬਿੱਲ ਵਿੱਚ ਸਾਫ਼ ਤੌਰ ਤੇ ਦੱਸਿਆ ਗਿਆ ਕਿ ਖੇਤੀ ਨਾਲ ਜੁੜਿਆ ਰਿਸਕ ਕਿਸਾਨਾਂ ਦਾ ਨਹੀਂ, ਸਗੋਂ ਜੋ ਉਹਨਾਂ ਨਾਲ ਐਗਰੀਮੈਂਟ ਕਰਨਗੇ ਉਹਨਾਂ ਦਾ ਹੋਏਗਾ। ਕੰਟਰੈਕਟ ਫਾਰਮਿੰਗ ਨੂੰ ਨੈਸ਼ਨਲ ਫਰੇਮਵਰਕ ਮਿਲੇਗਾ। ਕਿਸਾਨ ਐਗਰੀ ਬਿਜ਼ਨਸ ਕਰਨ ਵਾਲੀਆਂ ਕੰਪਨੀਆਂ ਤੋਂ ਐਗਰੀਮੈਂਟ ਕਰਕੇ ਤੈਅ ਕੀਮਤ ਤੇ ਉਹਨਾਂ ਨੂੰ ਫਸਲ ਵੇਚ ਸਕਣਗੇ। ਮਾਰਕੀਟਿੰਗ ਦੀ ਲਾਗਤ ਬਚੇਗੀ, ਦਲਾਲ ਖਤਮ ਹੋਣਗੇ, ਯਾਨੀ ਕਿਸਾਨਾਂ ਨੂੰ ਫਸਲ ਦਾ ਸਹੀ ਮੁੱਲ ਮਿਲੇਗਾ। ਦੱਸਦੇ ਹਾਂ ਤੁਹਾਨੂੰ ਬਿੱਲ ਨੰਬਰ 3 ਕੀ ਕਹਿੰਦਾ ਹੈ। ਇਹ ਹੈ ਜ਼ਰੂਰੀ ਵਸਤਾਂ ਬਾਰੇ ਬਿੱਲ। ਜੀ ਹਾਂ, ਇਸ ਬਿੱਲ ਦੀ ਮੰਨੀਏ ਤਾਂ ਕੋਲਡ ਸਟੋਰੇਜ ਅਤੇ ਫਿਰ ਫੂਡ ਸਪਲਾਈ ਚੇਨ ਦੇ ਆਧੁਨਿਕੀਕਰਨ ਵਿੱਚ ਕਿਸਾਨਾਂ ਨੂੰ ਮਦਦ ਮਿਲੇਗੀ। ਕਿਸਾਨਾਂ ਦੇ ਨਾਲ ਹੀ ਖਪਤਕਾਰਾਂ ਲਈ ਵੀ ਕੀਮਤਾਂ ਦੀ ਸਥਿਰਤਾ ਜਿਹੜੀ ਹੈ ਬਣਾਈ ਰੱਖਣ ਵਿੱਚ ਇਹ ਬਿੱਲ ਮਦਦ ਕਰੇਗਾ। ਉਤਪਾਦਨ, ਸਟੋਰੇਜ, ਮੂਵਮੈਂਟ ਅਤੇ ਫਿਰ ਵੰਡ ਤੇ ਸਰਕਾਰ ਦਾ ਕੰਟਰੋਲ ਵੀ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਏਗਾ। ਜੰਗ, ਕੁਦਰਤੀ ਆਫਤ, ਅਸਾਧਾਰਨ ਮਹਿੰਗਾਈ ਦੇ ਹਾਲਾਤਾਂ ਵਿੱਚ ਵੀ ਸਰਕਾਰ ਕੰਟਰੋਲ ਆਪਣੇ ਹੱਥਾਂ ਵਿੱਚ ਲਏਗੀ। ਪਰ ਇਹਨਾਂ ਬਿੱਲਾਂ ਨੂੰ ਵਾਪਸ ਪਾਸ ਕਰਨ ਤੋਂ ਬਾਅਦ ਜੋ ਘਮਾਸਾਨ ਅੱਜ ਭਾਰਤ ਦੀਆਂ ਸੜਕਾਂ ਤੇ ਵਿਖਾਈ ਦੇ ਰਿਹਾ ਹੈ, ਉਸ ਦੀ ਗੂੰਜ ਵਿਦੇਸ਼ਾਂ ਤੱਕ ਵੀ ਜਾ ਪਹੁੰਚੀ ਹੈ। ਅੱਜ ਇਸੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਖਾਸ ਤੌਰ ਤੇ 2 ਮਹਿਮਾਨ ਜੁੜੇ ਹੋਏ ਨੇ। ਇੱਕ ਕਰਕੇ ਉਹਨਾਂ ਦਾ ਸਭ ਤੋਂ ਪਹਿਲਾਂ ਤਾਂ ਤਾਰੁਫ ਤੁਹਾਡੇ ਨਾਲ ਕਰਵਾ ਦੇਣਾ। ਡਾਕਟਰ ਦਲਜੀਤ ਸਿੰਘ ਵਿਰਕ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਜੋ ਕਿ ਯੂਕੇ ਤੋਂ ਸਾਡੇ ਨਾਲ ਜੁੜੇ ਨੇ। ਐਗਰੀਕਲਚਰ ਸਾਇੰਸ ਵਿੱਚ OBE ਅਵਾਰਡ ਵਿਨਰ ਵੀ ਨੇ ਯੂਕੇ ਵਿੱਚ। ਬਹੁਤ-ਬਹੁਤ ਸਵਾਗਤ ਕਰਾਂਗਾ ਡਾਕਟਰ ਦਲਜੀਤ ਸਿੰਘ ਵਿਰਕ ਸਾਹਿਬ ਦਾ। ਤੇ ਨਾਲ ਹੀ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਕੁਲਜੀਤ ਸਿੰਘ ਸਚਦੇਵਾ ਸਾਹਿਬ ਜੋ ਕਿ ਪ੍ਰੈਕਟਿਸਿੰਗ ਐਡਵੋਕੇਟ ਨੇ ਦਿੱਲੀ ਹਾਈ ਕੋਰਟ ਵਿੱਚ। ਲੰਬੇ ਸਮੇਂ ਤੋਂ ਲਗਾਤਾਰ ਆਪਣੀਆਂ ਸੇਵਾਵਾਂ ਦਿੰਦੇ ਆ ਰਹੇ ਨੇ, ਸੋਸ਼ਲ ਕੰਮਾਂ ਵਿੱਚ ਵੀ ਵੱਧ ਚੜ ਕੇ ਅੱਗੇ ਨੇ। ਸੋ ਬਹੁਤ-ਬਹੁਤ ਸਵਾਗਤ ਕਰਾਂਗਾ ਆਪਣੇ ਖਾਸ ਦੋਨਾਂ ਮਹਿਮਾਨਾਂ ਦਾ, ਸਰਦਾਰ ਦਲਜੀਤ ਸਿੰਘ ਵਿਰਕ ਅਤੇ ਨਾਲ ਹੀ ਸਰਦਾਰ ਕੁਲਜੀਤ ਸਿੰਘ ਸਚਦੇਵਾ ਸਾਹਿਬ ਦਾ। ਬਹੁਤ-ਬਹੁਤ ਸਵਾਗਤ। ਔਰ ਇੱਥੇ ਸਭ ਤੋਂ ਪਹਿਲਾਂ ਤਾਂ ਇੱਕ ਕਰਕੇ ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡੇ ਤੋਂ ਸਤਿ ਸ਼੍ਰੀ ਅਕਾਲ ਜੀ। ਔਰ ਇੱਕ ਕਰਕੇ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗਾ ਕਿ ਆਖਰ ਇਸ ਉੱਤੇ ਜੋ ਇਤਰਾਜ਼ ਜਤਾਏ ਜਾ ਰਹੇ ਨੇ ਤੁਹਾਡਾ ਕੀ ਨਜ਼ਰੀਆ। ਸਭ ਤੋਂ ਪਹਿਲਾਂ ਡਾਕਟਰ ਦਲਜੀਤ ਸਿੰਘ ਵਿਰਕ ਸਾਹਿਬ ਮੈਂ ਤੁਹਾਡੇ ਕੋਲ ਆਵਾਂਗਾ ਕਿਉਂਕਿ ਬਹੁਤ ਲੰਬਾ ਚੌੜਾ ਤਜਰਬਾ ਵੀ ਹੈ ਤੁਹਾਡੇ ਕੋਲ। ਤੁਹਾਡੇ ਤਜਰਬੇ ਦੇ ਨਾਲ, ਕਿਉਂਕਿ ਕਿਸਾਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਕਿਸਾਨ ਵੱਖ-ਵੱਖ ਸਮੇਂ ਤੇ ਵੱਖ-ਵੱਖ ਪ੍ਰਦਰਸ਼ਨਾਂ ਵਿੱਚ ਜੂਝਦਾ ਵਿਖਾਈ ਦਿੰਦਾ, ਮੁਸ਼ਕਲਾਂ ਵਿੱਚ ਜੂਝਦਾ ਵਿਖਾਈ ਦਿੰਦਾ, ਆਤਮ ਹੱਤਿਆਵਾਂ ਵਿੱਚ ਜਕੜਦਾ ਵਿਖਾਈ ਦਿੰਦਾ। ਭਾਵੇਂ ਉਹ ਕਿਸੇ ਵੀ ਸੂਬੇ ਦਾ ਹੋਵੇ ਕਿਸਾਨ, ਭਾਵੇਂ ਪੰਜਾਬ ਦੀ ਗੱਲ ਕਰੀਏ, ਮਹਾਰਾਸ਼ਟਰ ਦੀ ਗੱਲ ਕਰੀਏ, ਉੱਤਰ ਪ੍ਰਦੇਸ਼ ਦੀ ਗੱਲ ਕਰੀਏ, ਰਾਜਸਥਾਨ ਦੀ ਗੱਲ ਕਰੀਏ, ਹਰਿਆਣਾ ਦੀ ਗੱਲ ਕਰੀਏ। ਅੱਜ
ਸਮਾਂ ਉਹ ਆ ਚੁੱਕਾ ਹੈ ਕਿ ਇਹ ਸਾਰੇ ਸੂਬੇ ਦੇ ਕਿਸਾਨ ਇਕਜੁੱਟ ਹੋ ਕੇ ਕੇਂਦਰ ਸਰਕਾਰ ਦੇ ਖਿਲਾਫ ਡਟੇ ਹੋਏ ਨੇ। ਤੁਹਾਡਾ ਕੀ ਨਜ਼ਰੀਆ? ਤੁਸੀਂ ਮੈਨੂੰ ਕਿਹਾ ਜੀ, ਮੈਂ ਪਹਿਲਾਂ ਜੀ ਡਾਕਟਰ ਦਲਜੀਤ ਸਿੰਘ ਵਿਰਕ ਟੁੱਟ ਗਿਆ ਸੀਗਾ, ਮੈਨੂੰ ਉਹ ਗੱਲ ਕਲੀਅਰ ਨਹੀਂ ਹੋਈ ਕਿ ਜੇ ਤੁਸੀਂ ਮੈਨੂੰ ਇਨਵਾਈਟ ਕਰ ਰਹੇ ਫਿਰ ਮੈਂ ਆ ਜਾਣਾ, ਐਂਟਰ ਕਰ ਦੇਣਾ ਜੀ। ਜੀ ਬਿਲਕੁਲ ਡਾਕਟਰ ਦਲਜੀਤ ਸਿੰਘ ਵਿਰਕ ਸਾਹਿਬ, ਮੇਰਾ ਸਵਾਲ ਤੁਹਾਡੇ ਤੋਂ ਹੈ। ਠੀਕ ਹੈ ਜੀ, ਠੀਕ ਹੈ ਜੀ, ਇਹ ਤੁਹਾਡੀ ਬਿਲਕੁਲ ਗੱਲ ਦਰੁਸਤ ਹੈ ਕਿ ਕਿਸਾਨ ਇਸ ਵੇਲੇ ਸਾਰੇ ਹੀ ਬਾਹਰ ਬੈਠੇ ਨੇ ਠੰਡ ਦੇ ਵਿੱਚ, ਬੱਚੇ ਕੀ ਬਜ਼ੁਰਗ ਕੀ, ਤੇ ਔਰ ਲੱਖਾਂ ਦੇ ਤਾਦਾਦ ਦੇ ਵਿੱਚ ਬੈਠੇ ਨੇ। ਭਾਵੇਂ ਇਹ ਸ਼ੁਰੂ ਪੰਜਾਬ ਤੋਂ ਹੋਇਆ ਤੇ ਸਾਰਾ ਹਿੰਦੁਸਤਾਨ ਦਾ ਇੱਕ ਬੰਦ ਹੋ ਗਿਆ। ਇਹਦਾ ਰੀਜ਼ਨ ਇਹੀ ਆ ਕਿ ਜਿਹੜੇ ਰਿਫਾਰਮਸ ਹਰ ਕੋਈ ਮੰਨਦਾ ਆ ਕਿ ਐਗਰੀਕਲਚਰ ਐਕਟ ਜਿਹੜੇ ਹੈਗੇ ਉਹਨਾਂ 'ਚ ਰਿਫਾਰਮ ਹੋਣੇ ਚਾਹੀਦੇ ਨੇ, ਪਰ ਰਿਫਾਰਮਸ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਉਹਦੇ ਤੇ ਕੁਐਸਚਨ ਉੱਠਦਾ ਕਿ ਜਿਹੜੇ ਰਿਫਾਰਮ ਇਹਨਾਂ ਨੇ ਕੀਤੇ ਨੇ ਕੀ ਉਹ ਕਿਸਾਨ ਦੇ ਹੱਕ ਵਿੱਚ ਹੈਗੇ ਕਿ ਨਹੀਂ ਹੈ। ਕੁਐਸਚਨ ਇਹ ਆ। ਦੂਜਾ ਇਹ ਆ ਕਿ ਇਹ ਜਿਹੜੇ ਬਿੱਲ ਆਏ ਨੇ, ਇਹਨਾਂ ਬਿੱਲਾਂ ਦੇ ਪਿੱਛੇ ਮੂਲ ਮਨਸ਼ਾ ਕੀ ਆ, ਇਹ ਵੀ ਇੱਕ ਤੁਹਾਨੂੰ ਦੇਖਣਾ ਪਏਗਾ ਵੀ ਆਏ ਕਿਸ ਤਰੀਕੇ ਦੇ ਨਾਲ ਆ। ਜਦੋਂ ਕੋਵਿਡ ਦਾ ਅਟੈਕ ਹੋ ਰਿਹਾ ਜੂਨ ਦੇ ਵਿੱਚ, ਉਦੋਂ ਇਹ ਆਰਡੀਨੈਂਸ ਜਾਰੀ ਹੁੰਦੇ ਆ ਤੇ ਕਿਹੜੀ ਉੱਥੇ ਅੱਗ ਲੱਗ ਰਹੀ ਸੀ ਕਿ ਉਹਨਾਂ ਨੂੰ ਇਮੀਡੀਏਟਲੀ ਆਪਾਂ ਬਿੱਲ ਬਣਾਉਣਾ ਹੈ। ਤੇ ਫਿਰ ਜਿਸ ਤਰੀਕੇ ਨਾਲ ਪੁਸ਼ ਕੀਤੇ ਗਏ ਇਨ ਕੋਵਿਡ ਟਾਈਮ ਫਰੋਮ ਦੀ ਲੋਕ ਸਭਾ ਐਂਡ ਰਾਜ ਸਭਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਇਹ ਕੀ ਰੀਜ਼ਨ ਕੀ ਆ, ਕਿਉਂ ਕੀਤਾ ਗਿਆ ਹੈ। ਦੂਜਾ ਇਹ ਆ ਕਿ ਜਿਹੜੇ ਤੁਸੀਂ ਤਿੰਨ ਬਿੱਲ ਕਹੇ ਨੇ, ਉਹਨਾਂ ਤੋਂ ਇਲਾਵਾ ਹੋਰ ਵੀ ਇਹ ਬਿੱਲ ਲਿਆ ਰਹੇ ਨੇ ਜਿਹੜੇ ਬੜੇ ਘਾਤਕ ਨੇ। 2 ਬਿੱਲ ਹੋਰ ਨੇ, ਇੱਕ ਤੇ ਇਲੈਕਟ੍ਰਿਸਿਟੀ ਵਾਲਾ ਬਿੱਲ ਹੈ ਤੇ ਇੱਕ 에ਅਰ ਕੁਆਲਿਟੀ ਦਾ ਬਿੱਲ ਹੈ, ਜਿਹਦੇ ਵਿੱਚ 1 ਕਰੋੜ ਤੇ 5 ਸਾਲ ਤੱਕ ਸਜ਼ਾ ਹੋਣ ਦੀ ਇਹਨਾਂ ਨੇ ਰੱਖੀ ਹੈ। ਔਰ ਉਹ ਦੇਖੋ, ਕੋਈ 1 ਕਰੋੜ ਦਾ ਮਤਲਬ 10 ਮਿਲੀਅਨ ਰੁਪੀਸ ਕਿਹਦੇ ਕੋਲ ਹੈ, ਕਿਹੜੇ ਕਿਸਾਨ ਕੋਲ ਹੈ 10 ਮਿਲੀਅਨ ਰੁਪੀ? ਮਤਲਬ ਇਹ ਕੋਈ ਸਮਝ ਨਹੀਂ ਆ ਰਹੀ ਕਿ ਇਹਨਾਂ ਦੇ ਬਿੱਲਾਂ ਦੇ ਪਿੱਛੇ ਮਨਸ਼ਾ ਕੀ ਆ। ਹੁਣ ਜੇ ਤੁਸੀਂ ਦੇਖੋ ਨਾ, ਆਪਾਂ ਕੋਈ ਵੀ ਚੀਜ਼ ਲਿਆਉਣੇ ਆ, ਉਹਦਾ ਐਨਾਲਿਸਿਸ ਹੁੰਦਾ, ਕੰਸਲਟੇਸ਼ਨ ਹੁੰਦੀ ਆ। ਖੁਦਾ ਇਹਦੇ ਬਦਕਿਸਮਤੀ ਇਹ ਹੈ ਕਿ ਇਹਦੀ ਕੋਈ ਕੰਸਲਟੇਸ਼ਨ ਹੋਈ ਕਿਸੇ ਕਿਸਾਨ ਯੂਨੀਅਨ ਦੇ ਨਾਲ ਨਹੀਂ ਹੋਈ। ਆਮ ਹੁੰਦਾ ਜਦੋਂ ਕੰਸਲਟੇਸ਼ਨ ਦਾ ਪ੍ਰੋਸੈਸ ਇਹ ਹੁੰਦਾ ਹੈ ਕਿ ਪਹਿਲਾਂ ਤੁਸੀਂ ਬਿੱਲ ਦਾ ਡਰਾਫਟ ਲਿਆਓ ਤੇ ਜਿਹੜੀਆਂ ਪਾਰਟੀਆਂ ਸਟੇਕ ਹੋਲਡਰਸ ਨੇ ਉਹਨਾਂ ਨੂੰ ਤੁਸੀਂ ਉਹ ਡਰਾਫਟ ਦਿਓ, ਔਰ ਡਰਾਫਟ ਦੇ ਵਿੱਚ ਉਹ ਨੁਕਸ ਕੱਢਣ, ਫਿਰ ਉਹ ਡਰਾਫਟ ਦੇ ਨੂੰ ਤੁਸੀਂ ਚੇਂਜ ਕਰੋ, ਫਿਰ ਉਹਨੂੰ ਮਨਜ਼ੂਰ ਕਰੋ। ਇਹਦੇ ਵਿੱਚ ਕੋਈ ਇਦਾਂ ਦਾ ਪ੍ਰੋਸੈਸ ਨਹੀਂ ਹੋਇਆ। ਜਿਹੜਾ ਗਿਮਕ ਇਹ ਦੇ ਰਹੇ ਨੇ, ਅਸੀਂ ਫਲਾਣੀ ਦੀ ਮੀਟਿੰਗ ਕੀਤੀ, ਚੀਫ ਮਿਨਿਸਟਰ ਨੂੰ ਕੀਤਾ, ਉਹ ਇੱਕ ਤੁਹਾਡੇ ਪਾਸਿੰਗ ਲੈਟਰਸ ਹੁੰਦੇ ਨੇ ਜਿਨ੍ਹਾਂ ਨੂੰ ਇਹ ਸ਼ੋ ਕਰ ਰਹੇ ਨੇ ਕਿ ਅਸੀਂ ਕੰਸਲਟੇਸ਼ਨ ਕੀਤੀ, ਪਰ ਕੰਸਲਟੇਸ਼ਨ ਇਹਨਾਂ ਨੇ ਨਹੀਂ ਕੀਤੀ। ਦੂਜਾ ਇਹ ਆ ਕਿ ਕਿਸਾਨ ਹੁਣ ਇਸ ਕਰਕੇ ਕਹਿ ਰਹੇ ਨੇ ਕਿ ਬਿੱਲ ਰਿਪੀਲ ਹੋਣੇ ਚਾਹੀਦੇ ਨੇ, ਕਿਉਂਕਿ ਤਿੰਨੇ ਹੀ ਕਿਸਾਨ ਮਾਰੂ ਬਿੱਲ ਆਏ ਨੇ ਔਰ ਇਹਨਾਂ ਦੇ ਤੁਸੀਂ ਇੰਪਲੀਕੇਸ਼ਨ ਦੇਖੋ ਨਾ। ਕੋਈ ਬਿੱਲ ਕੋਈ ਚੀਜ਼ ਆਵੇ ਉਹਦੀ ਇੰਪਲੀਕੇਸ਼ਨ ਦੇਖਣੀ ਪੈਂਦੀ ਹੈ, ਫਿਊਚਰ ਦੇਖਣਾ ਪੈਂਦਾ ਵੀ ਇਹਦਾ ਇੰਪਲੀਕੇਸ਼ਨ ਕੀ ਹੋਊ, ਕੱਲ ਨੂੰ ਕਨਸੀਕੁਐਂਸਿਸ ਕੀ ਹੋਣਗੇ। ਇਹਨਾਂ ਸਾਰਿਆਂ ਬਿੱਲਾਂ ਦੇ ਕਨਸੀਕੁਐਂਸਿਸ ਜਿਹੜੇ ਨੇ ਉਹ ਕਿਸਾਨ ਮਾਰੂ ਨੇ। ਉਹਦਾ ਰੀਜ਼ਨ ਇਹ ਆ ਕਿ ਐਗਰੀਕਲਚਰ ਦੇ ਵਿੱਚ 70-80% ਤੱਕ ਲੋਕੀ ਸਾਡੇ ਸਿੱਧੇ ਤੌਰ ਤੇ ਜੁੜੇ ਹੋਏ ਨੇ, ਔਰ ਸਾਡੇ ਕਿਸਾਨ 50% ਉੱਤੇ ਕਿਸਾਨ ਜਿਹੜੇ ਉਹਨਾਂ ਦੀ ਜ਼ਮੀਨ ਬਹੁਤ ਛੋਟੀ ਆ, ਸਮਾਲ ਹੋਲਡਰਸ ਨੇ। ਪੰਜਾਬ ਦੇ ਵਿੱਚ ਵੀ 50% ਤੱਕ ਜਿਹੜੇ ਨੇ 2.5 ਏਕੜ ਦੇ ਮਾਲਕ ਨੇ। ਹੁਣ 2.5 ਏਕੜ ਦਾ ਮਾਲਕ ਵਰਸਸ ਕਾਰਪੋਰੇਸ਼ਨ, ਤੁਸੀਂ ਦੇਖੋ ਵੀ ਉਹਨਾਂ ਦਾ ਇਕੁਅਲ ਲੈਵਲਿੰਗ ਨਹੀਂ ਹੈਗੀ। ਤੁਸੀਂ ਕੋਈ ਝਗੜਾ ਹੋ ਜਾਂਦਾ ਤੇ ਕਾਰਪੋਰੇਟ ਹਾਊਸ ਦੀ ਸਾਰੀ ਫੇਵਰ ਹੋਣੀ ਆ। ਕੋਈ ਝਗੜਾ ਜਿੱਦਾਂ ਹੁਣ ਤੁਸੀਂ ਬਿੱਲ 3 ਲਏ ਨੇ, ਪਹਿਲਾਂ ਚਲੋ ਆਪਾਂ ਮੰਡੀਕਰਨ ਦਾ ਬਿੱਲ ਲੈ ਲਓ ਜਿਹੜਾ ਕਿ ਗਵਰਨਮੈਂਟ ਕਹਿੰਦੀ ਅਸੀਂ ਵਾਪਸ ਵੀ ਕਰਨ ਨੂੰ ਸੁਣਿਆ ਸੀ, ਉਹ ਵੀ ਕਹਿ ਰਹੇ ਨੇ। ਹੁਣ ਮੰਡੀਕਰਨ ਦਾ ਜਿਹੜਾ ਨੰਬਰ ਬਿੱਲ ਹੈਗਾ ਉਹਦੇ ਵਿੱਚ ਇੱਕ ਮੈਂ ਸ਼ੁਰੂ ਚ ਗੱਲ ਕਰਦਾ ਹਾਂ ਕਿ ਇਹ ਜਿਹੜੇ ਬਿੱਲ ਨੇ ਗਵਰਨਮੈਂਟ ਨੇ ਚੋਰ ਮੋਰੀ ਨਾਲ ਇਸ ਤਰ੍ਹਾਂ ਵੀ ਲਿਆਂਦੇ ਨੇ ਕਿ ਕੰਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਹੈਗੀਆਂ ਨੇ, ਐਗਰੀਕਲਚਰ ਹੈਗੀ ਆ ਸਟੇਟ ਸਬਜੈਕਟ, ਤੇ ਕੁਝ ਚੀਜ਼ਾਂ ਹੈਗੀਆਂ ਨੇ ਕਨਕਰੈਂਟ ਲਿਸਟ ਦੇ ਵਿੱਚ, ਕੁਝ ਹੈਗੇ ਨੇ ਸੈਂਟਰ ਦੀ ਲਿਸਟ ਵਿੱਚ। ਇਹਨਾਂ ਨੇ ਟ੍ਰੇਡ ਨੂੰ ਲੈ ਕੇ ਨਾ, ਵਰਲਡ ਟ੍ਰੇਡ, ਉਹਦੇ ਧਾਰਾ 33 ਜਿਹੜੀ ਕਲਾਜ਼ ਆ ਉਹਦੇ ਅੰਡਰ ਇਹਨਾਂ ਨੇ ਟ੍ਰੇਡ ਵਿੱਚ ਲੈ ਕੇ ਆਇਆ, ਜਿਹੜਾ ਇਹ ਬਿਲਕੁਲ ਧੋਖਾ ਹੈ। ਐਗਰੀਕਲਚਰ ਇਜ਼ ਨੈਵਰ ਏ ਟ੍ਰੇਡ। ਹੁਣ ਐਗਰੀਕਲਚਰ ਦੀ ਪ੍ਰੋਡਿਊਸ ਦੇਖੋ, ਤੁਸੀਂ ਕਾਟਨ ਪ੍ਰੋਡਿਊਸ ਕਰਦਾ ਕਿਸਾਨ, ਜਦੋਂ ਉਹ ਵੇਚਦਾ ਮੰਡੀ ਵਿੱਚ, ਉਹ ਕਾਟਨ ਇੰਡਸਟਰੀਅਲ ਨਹੀਂ ਵੇਚਦਾ, ਉਹ ਕਾਟਨ ਪ੍ਰੋਡਿਊਸ ਦੇ ਤੌਰ ਤੇ ਵੇਚਦਾ ਹੈ। ਉਸ ਤੋਂ ਬਾਅਦ ਫਿਰ ਇੰਡਸਟਰੀ ਵਿੱਚ ਜਾਂਦੀ, ਫਿਰ ਉਹ ਟ੍ਰੇਡ ਹੋ ਜਾਂਦਾ ਹੈ। ਇਹਨਾਂ ਨੇ ਇਹ ਤਿੰਨੇ ਜਿਹੜੇ ਕਾਨੂੰਨ ਨੇ ਟ੍ਰੇਡ ਦੀ ਧਾਰਾ ਵਿੱਚ ਲਿਆਂਦੇ। ਵਕੀਲ ਸਾਹਿਬ ਬੈਠੇ ਨੇ, ਇਹ ਤੁਹਾਨੂੰ ਇਹਦੇ ਬਾਰੇ ਜ਼ਿਆਦਾ ਦੱਸ ਸਕਦੇ ਨੇ। ਇਹ ਵੀ ਇੱਕ ਬਹੁਤ ਵੱਡਾ ਧੋਖਾ। ਇਹਦੇ ਵਿੱਚ ਫੈਡਰਲ ਸਟਰਕਚਰ ਜਿਹੜਾ ਨਾ ਕੰਸਟੀਟਿਊਸ਼ਨ ਦੇ ਆਧਾਰ ਦੇ ਉੱਤੇ, ਉਹਨੂੰ ਇੱਕ ਇਹਨਾਂ ਨੇ ਬਹੁਤ ਵੱਡਾ ਧੱਕਾ ਲਾਇਆ। ਔਰ ਸਟੇਟ ਦੇ ਵਿਕ ਸਾਹਿਬ ਮੈਂ ਫਿਰ ਤੁਹਾਡੇ ਕੋਲ ਵਾਪਸ ਆਵਾਂਗਾ। ਵਿਕ ਸਾਹਿਬ ਮੈਂ ਇਹ ਚਰਚਾ ਨੂੰ ਅਸੀਂ ਅੱਗੇ ਵੀ ਵਧਾਵਾਂਗੇ ਔਰ ਤੁਹਾਡਾ ਹੋਰ ਵੀ ਬੜੇ ਸਵਾਲ ਨੇ ਜਿਹੜੇ ਮੈਂ ਤੁਹਾਡੇ ਤੋਂ ਪੁੱਛਣੇ ਆ, ਪਰ ਇੱਕ ਵਾਰੀ ਮੈਂ ਚਾਹਾਂਗਾ ਕਿ ਸਚਦੇਵਾ ਸਾਹਿਬ ਦਾ ਵੀ ਅਸੀਂ ਵਰਜਨ ਲੈ ਲਈਏ ਕਿ ਸਚਦੇਵਾ ਸਾਹਿਬ ਤੁਸੀਂ ਇਸ ਪੂਰੇ ਪ੍ਰੋਟੈਸਟ ਨੂੰ, ਕਿਉਂਕਿ ਮੈਂ ਚਾਹਾਂਗਾ ਕਿ ਤੁਸੀਂ ਲਾਅ ਦੀ ਨਜ਼ਰ ਨਾਲ ਕੀ ਉਤਾਰ ਚੜਾਅ ਹੋ ਸਕਦੇ ਨੇ ਕਿਸਾਨਾਂ ਦੇ ਲਈ, ਉਹ ਵੀ ਸਾਨੂੰ ਦੱਸੋ। ਪਰ ਉਸ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਇਸ ਬਾਰੇ ਪੂਰੇ ਪ੍ਰਦਰਸ਼ਨਾਂ ਬਾਰੇ ਤੁਹਾਡਾ ਕੀ ਨਜ਼ਰੀਆ, ਬਾਰ ਕੌਂਸਲ ਦਾ ਕੀ ਨਜ਼ਰੀਆ? ਵੀਰ ਜੀ ਦੇਖੋ, ਏਦਾਂ ਕਿ ਬਾਰ ਕਾਉਂਸਲ ਦੀ ਤਰਫ ਤੋਂ ਪਿੱਛੇ ਜਿਹੜੀ 8 ਤਰੀਕ ਦੀ
ਵਾਸਤੇ ਬੰਦ ਕੀਤਾ ਗਿਆ ਸੀਗਾ। ਸਾਡੇ ਸੁਪਰੀਮ ਕੋਰਟ ਦੇ ਪ੍ਰਧਾਨ ਸਾਹਿਬ ਨੇ ਵੀ ਕਿਹਾ ਸੀਗਾ ਕਿ ਅਸੀਂ ਕਿਸਾਨਾਂ ਦੇ ਨਾਲ ਲੱਗੇ ਹਾਂ ਤੇ ਜੋ ਵੀ ਕਿਸਾਨਾਂ ਨੂੰ ਲੀਗਲ ਮਦਦ ਚਾਹੀਦੀ ਹੋਏਗੀ ਉਹ ਬਾਰ ਕਾਉਂਸਲ ਦੀ ਤਰਫ ਤੋਂ ਮਦਦ ਕੀਤੀ ਜਾਏਗੀ। ਤੇ ਇੱਕ ਹੋਰ ਇਹ ਬੇਸਿਕਲੀ ਬਿੱਲ, ਤਿੰਨੋਂ ਬਿੱਲ ਐਕਟ ਬਣ ਚੁੱਕੇ ਨੇ ਸੈਪਟੈਂਬਰ ਦੇ ਮੰਥ ਦੇ ਵਿੱਚ। ਹੁਣ ਬਿੱਲ ਨਹੀਂ ਰਹੀ, ਹੁਣ ਐਕਟ ਬਣ ਚੁੱਕੇ ਨੇ, ਇਹਨਾਂ ਦੀ ਸ਼ੇਪ ਐਕਟ ਦੇ ਵਿੱਚ ਹੋ ਚੁੱਕੀ ਹੈ। ਇਹਨੂੰ ਥੋੜਾ ਜਿਹਾ ਹੋਰ ਅਸੀਂ ਡਿਟੇਲ ਦੇ ਵਿੱਚ ਆਈਏ। ਅਸੀਂ ਦੇਖੀ ਕਿ ਇੰਡੀਅਨ ਮਾਰਕੀਟ ਦਾ ਜਿਹੜਾ ਇੱਕ ਰਿਟੇਲ ਜਿਹੜੀ ਸੈਗਮੈਂਟ ਹੈਗੀ ਉਹ ਲਗਭਗ 12,000 ਅਰਬ ਡਾਲਰ ਦੀ ਰਿਟੇਲ ਮਾਰਕੀਟ ਹੈਗੀ ਹੈ। ਤੇ ਅੱਜ ਦੀ ਡੇਟ ਦੇ ਵਿੱਚ ਅਗਰ ਕਾਰਪੋਰੇਟ ਨੂੰ ਰਿਟੇਲ ਮਾਰਕੀਟ ਦੇ ਵਿੱਚ ਐਂਟਰ ਹੋਣਾ ਤੇ ਉਹਦੇ ਜਿਹੜੇ ਬੈਰੀਅਰ ਸਨ ਉਹ ਬੈਰੀਅਰ ਹਟਾਉਣ ਵਾਸਤੇ ਤਿੰਨੋਂ ਬਿੱਲ ਆਏ ਨੇ, ਜਿਹਦੇ ਵਿੱਚ ਅਗਰ ਕਾਰਪੋਰੇਟ ਅਗਰ ਰਿਟੇਲ ਮਾਰਕੀਟ ਦੇ ਵਿੱਚ ਐਂਟਰ ਕਰਦਾ ਤੇ ਉਹਨੂੰ ਸਟੇਟ ਲੈਵਲ ਦੇ ਵਿੱਚ ਕਾਫੀ ਆਬਸਟੈਕਲਸ ਆ ਰਹੇ ਸਨ ਪਰਚੇਸ ਕਰਨ ਵਾਸਤੇ, ਉਹਨਾਂ ਦੇ ਟੈਕਸਸ ਦੇਖਣ ਵਾਸਤੇ। ਹਰ ਸਟੇਟ ਦਾ ਜਿਹੜਾ ਟੈਕਸ ਲੈਵਲ ਹੈਗਾ ਉਹ 2 to 6% ਦਾ ਹੈਗਾ ਤੇ ਜਿਤਨੇ ਵੀ ਸਟੇਟਸ ਹੈਗੇ ਨੇ ਉਹਦੇ ਵਿੱਚ ਜਿਤਨੇ ਵੀ ਕਾਰਪੋਰੇਟ ਹਾਊਸਸ ਹੈਗੇ ਨੇ ਸਭ ਨੂੰ ਆਪਣੇ ਏਜੰਟਸ ਡਿਪਿਊਟ ਕਰਨੇ ਪੈਣੇ ਸਨ। ਉਹ ਪੂਰੇ ਪ੍ਰੋਸੈਸ ਨੂੰ ਹਟਾਉਣ ਵਾਸਤੇ, ਉਸ ਪੂਰੇ ਪ੍ਰੋਸੈਸ ਨੂੰ ਕਰਨ ਵਾਸਤੇ ਹਰ ਕਾਰਪੋਰੇਟ ਦੇ ਵਾਸਤੇ ਬੜਾ ਲੰਬਾ ਚੌੜਾ ਇੱਕ ਸੈਟਅਪ ਸੀਗਾ। ਇਸ ਕਰਕੇ ਜਿਹੜਾ ਪਹਿਲਾ ਬਿੱਲ ਆਇਆ ਸੀਗਾ ਜਿਹਦੇ ਵਿੱਚ ਇੱਕ ਜਿਹੜੀ ਇੰਟਰਾ ਸਟੇਟ ਔਰ ਸਟੇਟ ਟ੍ਰਾਂਜੈਕਸ਼ਨ ਦੇ ਵਾਸਤੇ ਅਪਰੂਵਲ ਦੇ ਰਿਹਾ, ਉਹਦੇ ਵਿੱਚ ਜੀ ਜੀ ਹੈਲੋ ਜੀ ਠੀਕ ਹੈ। ਅਸੀਂ ਇੱਕ ਅੱਗੇ ਵਧਾਂਗੇ, ਪਰ ਉਸ ਤੋਂ ਪਹਿਲਾਂ ਵਿਕ ਸਾਹਿਬ ਮੈਂ ਤੁਹਾਨੂੰ ਦੱਸ ਦਈਏ ਕਿ ਜਿਵੇਂ ਤੁਸੀਂ ਕਿਹਾ ਹੈਗਾ ਜਿਹੜੇ ਹੋਰ ਬਿੱਲ ਸਾਹਮਣੇ ਆ ਰਹੇ ਨੇ, ਇਹਨਾਂ ਜਿਹੜੇ 3 ਬਿੱਲ ਜਿਹੜੇ ਪਾਸ ਹੋਏ ਨੇ ਉਹਨਾਂ 'ਚ ਇਤਰਾਜ਼ ਕੀ, ਅਸੀਂ ਆਪਣੇ ਦਰਸ਼ਕਾਂ ਨੂੰ ਉਹ ਵੀ ਦੱਸਣਾ ਚਾਹਾਂਗੇ ਕਿ ਆਖਰ ਕਿਸਾਨ ਕਿਉਂ ਪ੍ਰਦਰਸ਼ਨਾਂ ਲਈ ਮਜਬੂਰ ਹੋ ਰਿਹਾ, ਆਖਿਰ ਇਤਰਾਜ਼ ਕੀ ਨੇ। ਤੁਹਾਨੂੰ ਦੱਸ ਦਈਏ ਕਿ ਖੇਤੀਬਾੜੀ ਉਪਜ ਮੰਡੀਆਂ ਤੋਂ ਜੋ ਕਿਸਾਨਾਂ ਨੂੰ ਆਪਣੀ ਫਸਲ ਦਾ ਸਹੀ ਮੁੱਲ ਮਿਲਦਾ ਹੈ, ਸੂਬੇ ਮਾਰਕੀਟ ਫੀਸ ਵਜੋਂ ਉਹ ਮਾਲੀਆ ਕਮਾਉਂਦੇ ਨੇ। ਮੰਡੀਆਂ ਖਤਮ ਹੋ ਗਈਆਂ ਕਿਸਾਨਾਂ ਦਾ ਕਹਿਣਾ, ਤਾਂ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲੇਗਾ। वन नेशन वन मार्केट नहीं बल्कि वन नेशन वन एमएसपी होना चाहिए। ਇਹ ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ। ਇਸ ਤੋਂ ਇਲਾਵਾ ਇਤਰਾਜ਼ ਹੈ ਕਿ ਕੀਮਤਾਂ ਤੈਅ ਕਰਨ ਦਾ ਕੋਈ ਮੈਕੈਨਿਜ਼ਮ ਨਹੀਂ ਦੱਸਿਆ ਗਿਆ ਇਹਨਾਂ ਪੂਰੇ 3 ਬਿੱਲਾਂ ਵਿੱਚ। ਇਸ ਤੋਂ ਬਾਅਦ ਪ੍ਰਾਈਵੇਟ ਕਾਰਪੋਰੇਟ ਹਾਊਸਸ ਨੂੰ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ ਜ਼ਰੀਆ ਮਿਲ ਜਾਏਗਾ, ਇਹ ਵੀ ਕਿਸਾਨਾਂ ਨੇ ਵੱਧ ਚੜ ਕੇ ਇਲਜ਼ਾਮ ਲਗਾਇਆ, ਕਿਉਂਕਿ ਪ੍ਰਾਈਵੇਟਾਈਜੇਸ਼ਨ ਜਿਹੜੀ ਹੈ ਖੁੱਲ ਕੇ ਹਰ ਚੀਜ਼ ਵਿੱਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਤਰਾਜ਼ ਇਹ ਵੀ ਹੈ ਕਿ ਬਰਾਮਦਕਾਰ, ਪ੍ਰੋਸੈਸਰ, ਵਪਾਰੀ ਫਸਲ ਦੇ ਸੀਜ਼ਨ ਦੌਰਾਨ ਜਮਾਖੋਰੀ ਕਰਨਗੇ ਅਤੇ ਫਿਰ ਇਸ ਵਿੱਚ ਕੀਮਤਾਂ ਵਿੱਚ ਅਸਥਿਰਤਾ ਆਏਗੀ। ਡਾਕਟਰ ਸਾਹਿਬ ਮੈਂ ਤੁਹਾਡੇ ਤੋਂ ਇੱਥੇ ਜਾਣਨਾ ਚਾਹਾਂਗਾ, ਡਾਕਟਰ ਵਿਰਕ ਸਾਹਿਬ, ਜਿਵੇਂ ਕਿ ਕਿਸਾਨਾਂ ਨੇ ਆਪਣੇ ਇਹ ਪੂਰੇ ਇਤਰਾਜ਼ ਜਤਾਏ ਨੇ ਔਰ ਲਗਾਤਾਰ ਇੱਕ ਕਰਕੇ ਹਜ਼ਾਰਾਂ ਕਿਸਾਨ ਇੱਕੋ ਹੀ ਸ਼ਬਦਾਵਲੀ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ, ਕੀ ਤੁਹਾਨੂੰ ਲੱਗਦਾ ਹੈ ਕਿ ਹਰ ਇੱਕ ਕਿਸਾਨ, ਕਿਉਂਕਿ ਕਿਸਾਨ ਆਪਣੀ ਫਸਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ, ਆਪਣੀ ਮੰਡੀਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ, ਆਪਣੀ ਜ਼ਮੀਨ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ, ਪਰ ਜਦੋਂ ਇਹ ਬਿੱਲ ਆਉਂਦੇ ਨੇ ਬਿੱਲ ਵਿੱਚ ਬਹੁਤ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ, ਹਰ ਇੱਕ ਕਿਸਾਨ, ਤੁਹਾਨੂੰ ਲੱਗਦਾ ਹੈ ਕਿ ਦੇਸ਼ ਦੇ ਜਿੰਨੇ ਵੀ ਕਿਸਾਨ ਨੇ, ਲੱਖਾਂ ਕਿਸਾਨ, ਅੱਜ ਲੱਖਾਂ ਪਰਿਵਾਰ ਜਿਹੜੇ ਨੇ ਕਿਸਾਨੀ ਦੇ ਆਲਮ ਵਿੱਚ ਆਪਣਾ ਘਰ ਪਰਿਵਾਰ ਚਲਾ ਰਹੇ ਨੇ, ਹਰ ਇੱਕ ਨੂੰ ਇਹ ਟਰਮਸ ਕੰਡੀਸ਼ਨਸ ਪਤਾ ਨਹੀਂ, ਜਾਂ ਉਹ ਵੱਡੇ ਕਿਸਾਨ ਉਹਨਾਂ ਨੂੰ ਦੱਸਣ ਵਿੱਚ ਕਾਮਯਾਬ ਹੋ ਪਾਏ ਨੇ, ਜਾਂ ਸਿਰਫ ਅੱਜ ਮੈਂ ਪ੍ਰਦਰਸ਼ਨ ਕਰ ਰਿਹਾ ਤੇ ਮੇਰੇ ਨਾਲ 4 ਕਿਸਾਨ ਹੋਰ ਮੇਰੇ ਯਾਰ ਦੋਸਤ ਨੇ ਉਹ ਵੀ ਪ੍ਰਦਰਸ਼ਨ ਕਰਨ ਲਈ ਆ ਗਏ, ਬਿਨਾਂ ਕੁਝ ਸਮਝਿਆ, ਬਿਨਾਂ ਕੁਝ ਪੜਿਆ। ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਡਾਕਟਰ ਸਾਹਿਬ? ਇਹ ਗੱਲ ਏਦਾਂ ਆ ਕਿ ਕਿਸਾਨੀ ਜਿਹੜੀ ਆ ਇਹ ਬੜੇ ਛੋਟੇ ਕਿਸਾਨ, ਮੈਂ ਜਿੱਦਾਂ ਕਿਹਾ ਸੀਗਾ, ਤੁਹਾਡੀ ਗੱਲ ਠੀਕ ਲੱਗਦੀ ਆ ਕਿ ਕਈਆਂ ਨੂੰ ਹੋ ਸਕਦਾ ਬਿੱਲ ਬਾਰੇ ਨਾ ਵੀ ਪਤਾ ਹੋਵੇ, ਪਰ ਜਦੋਂ ਇੰਪਲੀਕੇਸ਼ਨ ਆਪਸ ਵਿੱਚ ਡਿਸਕਸ ਕਰਦੇ ਨੇ ਸਾਥ ਵਿੱਚ ਬੈਠ ਕੇ, ਤੇ ਉਹ ਦੂਜੇ ਨੂੰ ਦੱਸਦਾ ਆ ਗੱਲ, ਇੱਕ ਇਹ ਟਰੈਵਲ ਕਰਦੀ ਆ। ਦੂਜੇ ਐਕਸਪੀਰੀਅੰਸ ਸਾਡੇ ਇੰਡੀਆ ਦੇ ਵਿੱਚ ਹੈਗੇ ਨੇ ਆਲਰੇਡੀ, ਜਿਵੇਂ ਕਿ ਬਿਹਾਰ ਦੇ ਵਿੱਚ ਜਿਹੜੀ ਮੰਡੀਕਰਨ ਆ ਉਹਨੂੰ ਤੋੜਿਆ ਗਿਆ, ਇਹ 14 ਸਾਲ ਪਹਿਲਾਂ ਤੋੜ ਦਿੱਤੀ ਗਈ, ਔਰ ਉੱਥੇ ਦੀ ਲੋਕਾਂ ਦੀ ਜਿਹੜੀ ਹਾਲਤ ਆ ਉਹ ਅੱਗੇ ਨੂੰ ਮਾੜੀ ਹੋ ਗਈ ਹੈ, ਔਰ ਉਹਨੇ ਉਨੀ ਜ਼ਮੀਨ ਉਹਨਾਂ ਕੋਲ ਹੈ ਤੇ ਉਨੀ ਜ਼ਮੀਨ ਪੰਜਾਬੀਆਂ ਕੋਲ ਆ, ਉਹ ਹੁਣ ਉੱਥੋਂ ਆ ਕੇ ਤੇ ਪੰਜਾਬ ਦੇ ਵਿੱਚ ਖੇਤੀ ਦੇ ਨਾਲ ਆਣ ਕੇ ਜੁੜਦੇ ਨੇ। ਇਹਦਾ ਮਤਲਬ ਵੀ ਉੱਥੇ ਹਾਲਤ ਬਹੁਤ ਮਾੜੀ ਹੋ ਗਈ ਹੈ। ਇੰਪਲੀਕੇਸ਼ਨ ਸਾਨੂੰ ਸਾਹਮਣੇ ਦਿਸ ਰਹੀ ਆ ਵੀ ਕਿੱਦਾਂ ਜੇ ਮੰਡੀ ਬੋਰਡ ਟੁੱਟ ਜਾਂਦਾ ਹੈ ਤੇ ਫਿਰ ਉਹਦੀ ਇੰਪਲੀਕੇਸ਼ਨ ਕੀ ਹੁੰਦੀ ਆ। ਸਵਾਮੀਨਾਥਨ ਦੀ ਰਿਪੋਰਟ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਮੰਡੀ ਬੋਰਡ ਜਿਹੜੇ ਨੇ APMC ਜਿਹਨੂੰ ਕਹਿੰਦੇ ਆ, ਮਾਰਕੀਟ ਕਮੇਟੀਆਂ ਜਿਹੜੀਆਂ ਸਟੇਟ ਦੀਆਂ, ਉਹ ਕਹਿੰਦੇ ਇਹਨਾਂ ਨੂੰ ਸਟਰੈਂਥਨ ਕਰਨ ਦੀ ਲੋੜ ਆ, ਸਟਰੈਂਥਨ ਕਰਕੇ ਫਿਰ ਇਹਨਾਂ ਨੂੰ ਲਿੰਕਿੰਗ ਕਰਨ ਦੀ ਲੋੜ, ਜਿਹੜੀ ਆਪਣਾ ਵਕੀਲ ਸਾਹਿਬ ਨੇ ਗੱਲ ਕੀਤੀ ਆ ਕਿ ਇਹਨਾਂ ਨੂੰ ਨੈਸ਼ਨਲ ਲੈਵਲ ਤੇ ਲਿੰਕ ਕੀਤਾ ਜਾਵੇ, ਤੇ ਲਿੰਕ ਕਰਕੇ ਇਹ ਫਿਰ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਲਿੰਕ ਕੀਤਾ ਜਾਵੇ। ਉਹਨਾਂ ਨੇ ਲਿੰਕਿੰਗ ਦੀ ਗੱਲ ਕੀਤੀ, ਜਿਹੜੀ ਇਹਨਾਂ ਨੇ ਉਸ ਨੂੰ ਦੂਜੇ ਬੰਨੇ ਕਰਕੇ ਇਹਨਾਂ ਨੂੰ ਪ੍ਰਾਈਵੇਟਾਈਜ਼ ਕਰ ਰਿਹਾ। ਫਿਰ ਪ੍ਰਾਈਵੇਟਾਈਜ਼ ਦੇ ਜੇ ਆਪਾਂ ਇਹੋ ਲੈ ਲਈਏ, ਇਹਦੇ ਵਿੱਚ ਜਿਹੜਾ ਤੁਸੀਂ ਗੱਲਾਂ ਕਰ ਰਹੇ ਸੀਗੇ ਕਿ ਦੇਖੋ ਜਿਹੜੀਆਂ APMC ਹੈਗੀਆਂ ਮੰਡੀਆਂ, ਉਹ ਸਟੇਟ ਦਾ ਅਧਿਕਾਰ ਆ, ਸਟੇਟਾਂ ਨੇ ਲਾਈਆਂ ਨੇ, ਔਰ ਸਟੇਟ ਵਾਲੇ ਉਹਦੇ ਤੇ ਸੈਸ ਵੀ ਲੈ ਰਹੇ ਨੇ। ਇੱਕ ਨਿਜ਼ਾਮ ਬਣਿਆ, ਬੋਰਡ ਬਣਿਆ, ਬੋਰਡ ਦੇ ਵਿੱਚ ਸਾਰੇ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਨੇ ਵੀ ਕਿਸ ਤਰ੍ਹਾਂ ਕਰਨਾ, ਸਾਰਾ ਕੁਝ ਉਹਦੇ ਵਿੱਚ ਲਿਖਿਆ। ਔਰ ਉਹਦੇ ਵਿੱਚ ਆਊਟਸਾਈਡ ਜੇ ਕਿਸੇ ਨੇ ਕਰਨਾ ਤੇ ਉਹਨੂੰ ਰਜਿਸਟਰ ਕਰਨਾ ਪੈਂਦਾ ਟ੍ਰੇਡਰ ਨੂੰ,
ਔਰ ਇਸ ਵੇਲੇ ਪ੍ਰਾਈਵੇਟ ਟ੍ਰੇਡ ਹਰ ਥਾਂ ਹੋ ਰਿਹਾ। ਜੇ ਆਪਾਂ ਕਹੀਏ ਪ੍ਰਾਈਵੇਟ ਟ੍ਰੇਡ ਨਹੀਂ ਹੋ ਰਿਹਾ, ਹਰ ਜਗ੍ਹਾ ਪ੍ਰਾਈਵੇਟ ਟ੍ਰੇਡ ਹੋ ਰਿਹਾ। ਤੁਹਾਡੇ ਤੇ ਕੋਈ ਤੁਹਾਡੇ ਤੇ ਕੋਈ ਇਹ ਪਾਬੰਦੀ ਨਹੀਂ ਕਿ ਤੁਸੀਂ ਮੰਡੀ ਵਿੱਚ ਜਾ ਕੇ ਹੀ ਵੇਚਣਾ, ਤੁਸੀਂ ਬਾਹਰ ਵੀ ਵੇਚ ਸਕਦੇ, ਅੱਗੇ ਵੀ ਵੇਚ ਸਕਦੇ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਔਰ ਸਾਰੇ ਇੰਡੀਆ 'ਚ ਵੇਚ ਸਕਦੇ ਆ ਤੁਸੀਂ, ਇਹ ਵੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਕਿੰਨੋਂ ਵੇਖੋ ਹਿਮਾਚਲ ਪ੍ਰਦੇਸ਼ ਤੋਂ ਫਰੂਟ ਕਿੱਥੋਂ ਆ ਰਿਹਾ, ਅਨਾਜ ਕਿੱਥੋਂ ਆ ਰਿਹਾ, ਉਹ ਕੋਈ ਪ੍ਰੋਬਲਮ ਨਹੀਂ ਹੈਗੀ। ਇਹ ਗਿਮਕ ਕੀਤਾ ਜਾ ਰਿਹਾ। ਸੋ ਇਹ ਆ ਕਿ ਜੇ ਮੰਡੀ ਬੋਰਡ ਜਿਹੜਾ ਇੱਕ ਬੜਾ ਕਹਿ ਲਓ ਫਾਰਮਰ ਫਰੈਂਡਲੀ ਸਿਸਟਮ ਬਣ ਚੁੱਕਾ ਆ, ਜੇ ਆਪਾਂ ਨੂੰ ਤੋੜਦੇ ਆ, ਇਹ ਹੁਣ ਸਿੱਧਾ ਤੋੜ ਨਹੀਂ ਰਹੇ, ਇਹ ਖਦਸ਼ਾ ਆ ਕਿ ਉਹਨੇ ਟੁੱਟ ਜਾਣਾ ਹੈ। ਓਵਰ ਟਾਈਮ ਇਟ ਵਿਲ ਡਿਕੇ ਔਨ ਇਟਸ ਓਨ ਡੈਥ। ਕਿਉਂਕਿ ਸਾਹਮਣੇ ਦੇਖੋ ਹੁਣ ਜੇ ਆਪਣੇ 1860 ਰੁਪਏ ਮਿਲ ਰਹੀ ਆ ਕਣਕ ਦੀ, ਸਾਨੂੰ ਮੁੱਲ ਮਿਲ ਰਿਹਾ, ਤੁਸੀਂ ਉਹਦੇ ਤੇ 170 ਰੁਪਏ ਜਿਹੜਾ ਮੰਡੀ ਦਾ ਟੈਕਸ ਆ, 8.5% ਪੰਜਾਬ ਦੇ ਵਿੱਚ ਟੈਕਸ ਆ, ਜਿਹਦੇ ਤੋਂ ਪੰਜਾਬ ਪਿੰਡਾਂ ਦੀਆਂ ਰੋਡਸ ਬਣਦੀਆਂ। ਈਵਨ ਮੈਨੂੰ ਯਾਦ ਹੈ ਐਗਰੀਕਲਚਰ ਯੂਨੀਵਰਸਿਟੀ ਨੂੰ ਫੰਡ ਦੀ ਲੋੜ ਪਈ ਤੇ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕਿਹਾ ਸੀ ਅਸੀਂ ਇਹ ਜਿਹੜਾ ਮੰਡੀ ਕਰਨ ਦਾ ਇਹਦੇ ਵਿੱਚ ਸੈਸ ਥੋੜਾ ਜਿਹਾ ਹੋਰ ਵਧਾ ਕੇ ਤੁਹਾਨੂੰ ਪੈਸੇ ਦੇ ਦਿੰਦੇ ਆ। ਉਹਨਾਂ ਨੇ ਦਿੱਤੇ ਵੀ ਸੀਗੇ। ਮਤਲਬ ਇਦਾਂ ਦੇ ਕੰਮ ਸਟੇਟ ਵਾਸਤੇ ਪੈਸੇ ਉਹ ਆਉਂਦੇ ਆ। ਹੁਣ ਇੱਥੇ ਦੇਖੋ ਮੰਡੀ ਦੇ ਵਿੱਚ ਟੁੱਟ ਜਾਂਦਾ ਨਾ, 170 ਰੁਪਏ ਤੋਂ ਬਾਹਰ ਵਪਾਰੀ ਕਹੂਗਾ ਮੈਂ ਤੈਨੂੰ 100 ਰੁਪਇਆ ਵੱਧ ਦੇ ਦਾਂ, 70 ਮੇਰੀ ਜੇਬ 'ਚ ਪੈ ਗਏ, 100 ਤੇਰੀ ਜੇਬ 'ਚ ਪੈ ਗਏ, 2-3 ਸਾਲ ਇਦਾਂ ਚੱਲੂਗਾ। ਉਸ ਤੋਂ ਬਾਅਦ ਉਹ ਜਿਹੜੀ ਅੰਦਰ ਦੀ ਮੰਡੀ ਉਧਰ ਕਿਸੇ ਨੇ ਜਾਣਾ ਨਹੀਂ, ਉਹ ਖਤਮ ਹੋ ਜਾਣੀ ਆ। ਪ੍ਰਾਈਵੇਟ ਮੰਡੀ ਜਿਹੜੀ ਆ ਉਹ ਸਕਸੈਸਫੁਲ, ਤੇ ਅਲਟੀਮੇਟਲੀ ਇਹ ਹੋਣਾ ਪ੍ਰਾਈਵੇਟ ਦੇ ਫਿਰ ਤੁਸੀਂ ਜੋ ਉਹ ਕਹਿਣਗੇ, ਫਿਰ ਅਗਲੇ ਸਾਲ ਕਹੂਗਾ ਜੇ ਮੈਂ ਤਾਂ ਜੇ 2000 ਕੀਮਤ ਹੈ ਮੈਂ ਕੋਈ 1000 ਤੇ ਖਰੀਦਦਾ। ਇਹ ਗੱਲ ਹੈ। ਦੂਜਾ ਇਹ ਜਿਹੜਾ ਤੁਸੀਂ MSP ਦੀ ਗੱਲ ਕੀਤੀ ਹੈ, MSP ਦੀ ਜਿਹੜੀ ਗੱਲ ਹੈ ਨਾ, ਇਹ 1940 ਤੋਂ ਸ਼ੁਰੂ ਹੋਈ ਆ। 1947 ਵਿੱਚ ਵੀ ਇਹ ਗੱਲ ਕੀਤੀ ਗਈ ਔਰ ਉਸ ਤੋਂ ਬਾਅਦ MSP ਦੀ ਜਿਹੜੀ ਲੜਾਈ ਹੈ ਉਹ ਲਗਾਤਾਰ ਚੱਲਦੀ ਆਈ ਹੈ। MSP ਦੀ ਲੜਾਈ ਅੱਜ ਦੀ ਨਹੀਂ, ਜਿਵੇਂ ਤੁਸੀਂ ਕਿਹਾ 1940 ਤੋਂ ਸ਼ੁਰੂ ਹੋਈ ਹੈ। MSP ਤੋਂ ਹੀ ਤਾਂ ਸਾਰਾ ਝਗੜਾ ਸ਼ੁਰੂ ਹੋਇਆ, ਕਿਉਂਕਿ ਕਿਸਾਨ ਕਹਿੰਦੇ ਨੇ ਕਿ ਫਲਾਣਾ ਜਿਹੜਾ ਸੂਬਾ ਹੈਗਾ, ਹਰਿਆਣਾ ਸੂਬੇ 'ਚ ਜ਼ਿਆਦਾ MSP ਮਿਲ ਰਹੀ ਹੈ, ਪੰਜਾਬ ਦੇ ਕਿਸਾਨਾਂ ਨੂੰ ਘੱਟ MSP ਮਿਲ ਰਹੀ ਹੈ, ਉੱਥੇ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਘੱਟ MSP ਮਿਲ ਰਹੀ ਹੈ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਵੱਧ MSP ਮਿਲ ਰਹੀ ਹੈ। MSP ਦਾ ਜਿਹੜਾ ਰੌਲਾ ਹੈ ਇਹ ਤਾਂ ਖਤਮ ਨਹੀਂ ਹੋਇਆ, ਸਰਕਾਰ ਨੇ ਉਸ ਨੂੰ ਖਤਮ ਨਹੀਂ ਕੀਤਾ ਤੇ 3 ਬਿੱਲ ਹੋਰ ਕਿਸਾਨਾਂ ਦੇ ਸਿਰ ਤੇ ਮੜਤੇ। ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ। MSP ਜਿਹੜੀ ਹੈ ਮਿਨੀਮਮ ਸਪੋਰਟ ਪ੍ਰਾਈਸ ਆ। ਬਾਕੀ ਚੀਜ਼ਾਂ ਜਿਹਦੀ ਮਿਨੀਮਮ ਜਿਹੜੀ ਉਹ MRP ਹੁੰਦੀ ਹੈ, ਆਮ ਚੀਜ਼ਾਂ ਦਵਾਈਆਂ ਲੈਣ ਜਾਓ ਹੋਰ ਚੀਜ਼ਾਂ, ਉਹ ਹੈਗੀ ਮੈਕਸਿਮਮ ਰਿਟੇਲ ਪ੍ਰਾਈਸ। ਹੁਣ ਇੱਥੇ ਮਿਨੀਮਮ ਹੈ। ਹੁਣ ਮਿਨੀਮਮ ਜਿਹੜੀ 23 ਕ੍ਰੌਪਸ ਇਹਨਾਂ ਨੇ, ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਜਦੋਂ ਲਿਸਟ ਕੀਤੀ ਸੀ ਨਾ, ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਨਾ, ਜਿਹੜੇ ਲੋਕੀ ਬੜੇ ਆਪਣਾ ਬਿਲੋ ਆ ਆਪਣੀ ਪਾਵਰਟੀ ਲਾਈਨ, ਉਹਨਾਂ ਨੂੰ ਸਸਤਾ ਅਨਾਜ ਦੇਣ ਵਾਸਤੇ ਰਾਸ਼ਨ ਡਿਪੂਆਂ ਦੇ ਥਰੂ, ਫੇਅਰ ਪ੍ਰਾਈਸ ਸ਼ਾਪ ਦੇ ਥਰੂ, ਜਿਹੜੀਆਂ ਸਾਡਾ ਨੈਟਵਰਕ ਸਾਰੇ ਹਿੰਦੁਸਤਾਨ ਵਿੱਚ ਆ, 35 ਕਿਲੋ ਤੱਕ ਉਹਨਾਂ ਨੂੰ ਕਣਕ ਦਿੱਤੀ ਜਾ ਸਕਦੀ ਹੈ, 15 ਕਿਲੋ ਤੱਕ ਚਾਵਲ ਦਿੱਤਾ, ਇਹ ਉਹਨਾਂ ਨੇ ਸ਼ੂਗਰ ਦੇ ਸਕਦੀ ਹੈ, ਤੁਸੀਂ ਰਾਸ਼ਨ ਕਾਰਡ ਤੇ ਸਸਤੀ ਸਬਸਿਡਾਈਜ਼ਡ ਫੂਡ ਲੈ ਸਕਦੇ ਆ। ਇਹ ਇੱਕ ਲਾਅ ਹੈਗਾ ਆਲਰੇਡੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦਾ ਬਣਾਇਆ ਹੈ। ਉਹਦੇ ਵਿੱਚ ਖਰੀਦ ਕੇ ਲੋਕਾਂ ਨੂੰ ਸਸਤੇ ਭਾਅ ਵਿੱਚ ਦਿੰਦੇ ਆ, ਕਿਉਂ ਕੁਆਲਿਟੀ ਭਾਵੇਂ ਬਹੁਤ ਵਧੀਆ ਨਾ ਹੋਵੇ ਪਰ ਉਹਨੂੰ ਚੀਜ਼ ਮਿਲਦੀ ਆ। ਔਰ ਇਸ ਚੀਜ਼ ਨੂੰ ਸਪੋਰਟ ਕਰਨ ਵਾਸਤੇ ਗਵਰਨਮੈਂਟ ਨੇ ਮਿਨੀਮਮ ਸਪੋਰਟ ਪ੍ਰਾਈਸ ਰੱਖੀ ਕਿ ਇਹਨੂੰ ਖਰੀਦ ਕੇ ਕਿਸਾਨਾਂ ਤੋਂ ਖਰੀਦ ਕੇ ਤੇ ਇਸ ਸਿਸਟਮ ਦੇ ਵਿੱਚ ਇਸ ਨੂੰ ਆਪਾਂ ਯੂਜ਼ ਕਰਾਂਗੇ। ਦੈਟਸ ਦੀ ਹੋਲ ਕਨਸੈਪਟ। ਕਿਸਾਨਾਂ ਦੀ ਦੇਖੋ, ਕਿਸਾਨਾਂ ਦੀ ਸਪੋਰਟ ਕਰਨ ਦੇ ਲਈ ਵੇਟ ਸਾਹਿਬ ਹਰ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਨੇ ਜੋ ਕਿ ਕਿਸਾਨਾਂ ਦਾ ਸਾਥ ਵੀ ਦਿੰਦੇ ਨੇ। ਪਰ ਇੱਥੇ ਸਚਦੇਵਾ ਸਾਹਿਬ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਜੇਕਰ ਕਾਨੂੰਨੀ ਪੇਚੀਦਗੀਆਂ ਦੀ ਅਸੀਂ ਗੱਲ ਕਰੀਏ ਤਾਂ ਕਾਨੂੰਨ ਕੀ ਕਿਸਾਨਾਂ ਦਾ ਸਾਥ ਦੇ ਸਕਦਾ ਹੈ? ਜੇਕਰ ਹਾਂ ਤਾਂ ਹਾਲਾਂ ਤੱਕ ਕਾਨੂੰਨੀ ਮਦਦ ਇਸ ਵਿੱਚ ਕਿਉਂ ਨਹੀਂ ਲਈ ਗਈ? ਵਿਜੀ ਜਰਾ ਰਿਪੀਟ ਕਰੋ, ਤੁਹਾਡੀ ਵਾਇਸ ਕ੍ਰੈਕ ਹੋ ਰਹੀ ਸੀਗੀ, ਦੁਬਾਰਾ ਰਿਪੀਟ ਕਰੋ। ਮੇਰਾ ਸਾਫ ਜਿਹਾ ਸਵਾਲ ਹੈ ਸਚਦੇਵਾ ਸਾਹਿਬ ਕਿ ਜੇਕਰ ਕਾਨੂੰਨੀ ਪੇਚੀਦਗੀਆਂ ਦੀ ਗੱਲ ਕੀਤੀ ਜਾਏ ਤਾਂ ਕਾਨੂੰਨ ਦੇ ਮੁਤਾਬਕ ਕਿਸਾਨਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਅਤੇ ਹੁਣ ਤੱਕ ਮਦਦ ਕਿਉਂ ਨਹੀਂ ਲਈ ਗਈ? ਦੇਖੋ ਵਿਜੀ, ਜਿਵੇਂ ਇਸ ਐਕਟ ਦੇ ਅੰਦਰ ਜੋ ਪ੍ਰੋਵੀਜ਼ਨਸ ਰੱਖੇ ਗਏ ਨੇ ਕਿ ਅਗਰ ਸਾਡੇ ਫਾਰਮਰਸ ਦੇ ਕੋਲੋਂ ਅਗਰ ਕੋਈ ਪ੍ਰਾਈਵੇਟ परचेज होती है, कोई कंपनी परचेज करती है तो वही कंपनी परचेज करते अगर पेमेंट्स नहीं आती ऑन टाइम पे, पहले तो जो APMC सिस्टम सीगा कि अड़ती परचेज करता सी किसानों तो जी 7000 ਦੇ ਆਸ-ਪਾਸ APMC ਇੰਡੀਆ ਦੇ ਅੰਦਰ ਹੈਗੀਆਂ ਨੇ ਤੇ ਉਹ ਬਾਜ਼ਾਰਾਂ ਦੇ ਵਿੱਚ ਕਿਸਾਨ ਆਪਣੀ ਫਸਲ ਲੈ ਕੇ ਜਾਂਦਾ ਸੀਗਾ ਤੇ ਉਵੇਂ ਹੱਥੋਂ ਤੋਂ ਵਿਕਦੀ ਸੀ ਫਸਲ, ਜੋ ਵੀ ਫਸਲ ਦੀ ਕੁਆਲਿਟੀ ਸੀਗੀ। ਬਟ ਇਹ ਜਿਹੜਾ ਮੌਜੂਦਾ ਸਿਸਟਮ ਜਿਹੜਾ ਸਰਕਾਰ ਐਕਟ ਦੇ ਵਿੱਚ ਲੈ ਕੇ ਆਈ ਹੈ ਕਿ ਅਗਰ ਕੰਪਨੀਜ਼ ਮੇਰੇ ਕੋਲ ਪਰਚੇਸ ਕਰਦੀ ਹੈ, ਕੰਪਨੀ ਅਗਰ ਉਹ ਡਿਊ ਪੇਮੈਂਟ, ਅਗਰ ਉਹ ਕੰਪਨੀ ਪੇਮੈਂਟ ਮੈਨੂੰ ਲੇਟਰ ਸਟੇਜ ਦੇ ਵਿੱਚ ਕਰਦੀ ਹੈ ਔਰ ਕੱਲ ਨੂੰ ਕੰਪਨੀ ਕਹਿੰਦੀ ਜੀ ਕੁਆਲਿਟੀ ਦੇ ਵਿੱਚ, ਪ੍ਰੋਡਕਟ ਦੇ ਵਿੱਚ ਕੁਆਲਿਟੀ ਦੇ ਵਿੱਚ ਇਸ਼ੂਜ਼ ਹੈਗੇ ਨੇ, ਤੇ ਉਹ ਪੇਮੈਂਟ ਦੀ ਜਿਹੜੀ ਇਸ਼ੂਜ਼ ਹੈਗੇ ਨੇ ਉਹ ਲੋਕਲ ਐਡਮਿਨਿਸਟ੍ਰੇਸ਼ਨ ਦੇਖੇਗਾ ਤੇ ਉਹ ਕਿਸਾਨ ਵਾਸਤੇ ਬੜੀ ਹੀ ਪੇਚੀਦਗੀ ਵਾਲੀ ਗੱਲ ਰਹੇਗੀ ਕਿ ਉਹਨੂੰ ਆਪਣੀ ਪੇਮੈਂਟ ਦੀ ਰਿਕਵਰੀ ਵਾਸਤੇ ਉਹਨੂੰ ਇੱਕ ਹੋਰ ਐਡਮਿਨਿਸਟ੍ਰੇਟਿਵ ਪ੍ਰੋਸੈਸ ਦੇ ਵਿੱਚੋਂ ਜਾਣਾ ਪਏਗਾ, ਜੋ ਕਿ ਮੈਨੂੰ ਸਮਝ ਲੱਗਦਾ ਕਿ ਕਿਸਾਨਾਂ ਦੇ
ਹਿੱਤ ਵਾਸਤੇ ਇਹ ਠੀਕ ਨਹੀਂ ਹੈਗਾ। ਤੇ ਦੂਸਰਾ ਗੱਲ ਜੋ ਭਾਈ ਸਾਹਿਬ ਨੇ ਬੜੀ ਅੱਛੇ ਤਰੀਕੇ ਨਾਲ ਸਮਝਾਈ ਕਿ ਅੱਜ ਦੀ ਡੇਟ ਦੇ ਵਿੱਚ ਕਿਸਾਨ ਜੋ ਚੀਜ਼ ਆਪਣੀ ਫਸਲ ਵੇਚ ਰਿਹਾ ਉਹ ਰਿਟੇਲ ਪ੍ਰਾਈਸ ਤੇ ਨਾ ਵੇਚ ਕੇ ਹੋਲਸੇਲ ਪ੍ਰਾਈਸ ਤੇ ਵੇਚ ਰਿਹਾ, ਲੇਕਿਨ ਜੋ ਵੀ ਮਟੀਰੀਅਲ ਕਿਸਾਨ ਯੂਜ਼ ਕਰਦਾ ਹੈ ਆਪਣੀ ਖੇਤੀਬਾੜੀ ਕਰਨ ਵਾਸਤੇ ਉਸ ਨੂੰ ਕਿਤੇ ਨਾ ਕਿਤੇ ਉਹ ਪ੍ਰਾਈਸਿੰਗ ਉਹਨੂੰ MRP ਤੇ ਯੂਜ਼ ਕਰਨਾ ਪੈਂਦਾ ਹੈ। ਇਹ ਵੀ ਸਭ ਤੋਂ ਵੱਡਾ ਮੇਜਰ ਇਸ਼ੂ ਹੈਗਾ ਜਿਹੜਾ ਪਰਚੇਜ਼ ਦੀ, ਜਿਹੜੀ ਕਿਸਾਨ ਦੀ ਜਿਹੜੀ ਮੇਨ ਪਰਚੇਜ਼ ਹੈਗੀ ਹੈ। ਤੇ ਦੂਸਰਾ ਜਿਹੜੀ ਗੱਲ ਮੈਂ ਪਿੱਛੇ ਕਰ ਰਿਹਾ ਸੀਗਾ ਉਹ ਡਿਸਕਨੈਕਟ ਹੋ ਗਈ ਸੀਗੀ ਕਿ ਜਿਹੜੀ ਪ੍ਰਾਈਵੇਟ ਮੰਡੀਆਂ ਦੀ ਇੱਕ ਬਿੱਲ ਜਿਹੜਾ ਪ੍ਰਾਈਵੇਟ ਮੰਡੀ ਨੂੰ ਕ੍ਰੀਏਟ ਕਰ ਰਿਹਾ ਉਹਦੇ ਵਾਸਤੇ ਜਿਹੜੀ ਅਥਾਰਟੀ ਦਿੱਤੀ ਗਈ ਹੈ ਕਿ ਉਹ ਕਿਸਾਨਾਂ ਦੇ ਕੋਲੋਂ ਡਾਇਰੈਕਟਲੀ ਪ੍ਰਾਈਵੇਟ ਪਰਚੇਜ਼ ਕਰ ਸਕਦੇ ਨੇ। ਤੇ ਦੂਸਰਾ ਬਿੱਲ ਉਹਨੂੰ ਸਪੋਰਟ ਕਰਦਾ ਹੈ ਕਿ ਜਿਹੜੀ ਪਰਚੇਜ਼ ਹੈ ਉਹ ਪਰਚੇਜ਼ ਨੂੰ ਅਨਲਿਮਿਟਿਡ ਪਰਚੇਜ਼ ਵਾਸਤੇ ਦੂਸਰੇ ਬਿੱਲ ਦੀ ਜਿਹੜੀ ਅਮੈਂਡਮੈਂਟ ਆਈ ਹੈ ਕਿ ਪਹਿਲੇ ਜਿਹੜੀ ਪਰਚੇਜ਼ ਦੀ ਲਿਮਿਟੇਸ਼ਨ ਸੀਗੀ, ਇੱਕ ਸਟਾਕੇਜ ਦੀ ਲਿਮਿਟੇਸ਼ਨ ਸੀਗੀ ਕਿ ਤੁਸੀਂ ਕੋਈ ਵੀ ਐਗਰੀ ਪ੍ਰੋਡਕਟ ਦੀ ਲਿਮਿਟ ਤੋਂ ਜ਼ਿਆਦਾ ਸਟਾਕ ਨਹੀਂ ਕਰ ਸਕਦੇ, ਬਟ ਉਹ ਜਿਹੜਾ ਨਵਾਂ ਅਮੈਂਡਮੈਂਟ ਆਇਆ ਸੀਗਾ ਜੋ ਹੁਣ ਐਕਟ ਬਣ ਚੁੱਕਾ ਹੈ ਉਹਦੇ ਵਿੱਚ ਇੱਕ ਰਾਈਟ ਦਿੱਤੇ ਗਏ ਨੇ ਕਿ ਜਿਹੜੀ ਵੀ ਕੰਪਨੀ ਅਗਰ ਅਨਲਿਮਿਟਿਡ ਲੈਵਲ ਤੇ ਵੀ ਪਰਚੇਜ਼ ਕਰਕੇ ਵੇਅਰ ਹਾਊਸ ਕਰਕੇ ਸਟਾਕ ਕਰ ਸਕਦੀ ਹੈ ਉਹ ਸਟਾਕ ਕਰ ਸਕਦੀ ਹੈ। ਉਹ ਵੀ ਇੱਕ ਸਭ ਤੋਂ ਵੱਡਾ ਰੀਜ਼ਨ ਹੈਗਾ ਕਿ ਅਗਰ ਸਟਾਕਿਸਟ ਅਗਰ ਕਣਕ ਅਗਰ ਓਵਰ ਪਰਚੇਜ਼ ਕਰਕੇ ਅਗਲੇ ਸਾਲ ਅਗਰ ਨਹੀਂ ਪਰਚੇਜ਼ ਕਰਾਂਗਾ ਤਾਂ ਕਿਤੇ ਨਾ ਕਿਤੇ ਰੇਟ ਨੂੰ ਵੀ ਮੈਂ ਮੋਨੋਪੋਲਾਈਜ਼ ਕਰ ਸਕਦਾ, ਮੈਂ ਰੇਟ ਨੂੰ ਵੀ ਕਿਤੇ ਨਾ ਕਿਤੇ ਡਿਸਟਰਬ ਕਰ ਸਕਦਾ। ਠੀਕ ਹੈ, ਪਰ ਸਰਦੇਵਾ ਸਾਹਿਬ ਇੱਕ ਹਾਸੋਹੀਣੀ ਗੱਲ ਵੀ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਆਖਰ ਸਾਡਾ ਕਾਨੂੰਨ ਕੀ ਸਾਡੇ ਖਿਲਾਫ ਹੀ ਇਸਤੇਮਾਲ ਕੀਤਾ ਜਾ ਸਕਦਾ, ਕਿਉਂਕਿ ਦਿੱਲੀ ਦੇ ਹਰ ਬਾਰਡਰ ਤੇ ਇਸ ਸਮੇਂ ਬੇਸ਼ੁਮਾਰ ਫੌਜ ਤਾਇਨਾਤ ਕੀਤੀ ਗਈ ਹੈ ਤਾਂ ਜੋ ਕਿਸਾਨ ਦਿੱਲੀ ਆ ਕੇ ਸਰਕਾਰ ਨੂੰ ਨਾ ਘੇਰ ਸਕਣ। ਇੰਨੀ ਫੌਜ ਤੁਹਾਨੂੰ ਲੱਗਦਾ ਕਿ ਤਾਇਨਾਤ ਕਰਨ ਦੀ ਜ਼ਰੂਰਤ ਸੀ, ਕਿਉਂਕਿ ਜੇਕਰ ਚਾਈਨਾ ਭਾਰਤ ਦੇ ਬਾਰਡਰ ਤੇ ਵੀ ਖੜੀ ਕਰ ਦਿੱਤੀ ਹੁੰਦੀ ਇਹ ਫੌਜ ਤਾਂ ਹਾਲਾਤ ਕੁਝ ਹੋਰ ਹੁੰਦੇ। ਜੀ ਤੁਹਾਡੀ ਵੌਇਸ ਬਿਲਕੁਲ ਕ੍ਰੈਕ, ਕੁਐਸਚਨ ਨਹੀਂ ਕਲੀਅਰ ਹੋ ਰਿਹਾ, ਤੁਹਾਡੀ ਵੌਇਸ ਬਿਲਕੁਲ ਕ੍ਰੈਕ ਹੋ ਰਹੀ ਹੈ। ਸੰਜੇ ਸਾਹਿਬ ਮੇਰਾ ਸਵਾਲ ਸੀਗਾ ਕਿ ਦਿੱਲੀ ਦੇ ਹਰ ਬਾਰਡਰ ਤੇ ਇਸ ਸਮੇਂ ਬੇਸ਼ੁਮਾਰ ਜਿਹੜੇ ਫੌਜੀ ਨੇ ਤਾਇਨਾਤ ਕੀਤੇ ਗਏ ਨੇ, ਉਹ ਵੀ ਭਾਰਤੀ ਹੀ ਫੌਜੀ ਨੇ, ਉਹ ਵੀ ਆਪਣੇ ਹੀ ਭਾਰਤੀ ਕਿਸਾਨਾਂ ਦੇ ਅਗੇਂਸਟ ਖੜੇ ਨੇ, ਆਮੋ ਸਾਹਮਣੇ ਖੜੇ ਨੇ, ਉਹਨਾਂ ਤੇ ਹੀ ਡੰਡੇ ਵਰਸਾਏ ਜਾ ਰਹੇ ਨੇ ਕਿਸਾਨਾਂ ਤੇ। ਇਹੀ ਫੌਜ ਜਿਹੜੀ ਹੈ ਆਪਣੇ ਹੀ ਕਿਸਾਨਾਂ ਤੇ ਪਾਣੀ ਦੀਆਂ ਬੌਛਾਰਾਂ ਵੀ ਪਵਾ ਰਹੀ ਹੈ। ਕੀ ਇੰਨੀ ਭਾਰੀ ਗਿਣਤੀ ਵਿੱਚ ਫੌਜ ਇਕੱਠੀ ਕਰਨ ਦੀ ਜ਼ਰੂਰਤ ਸੀ ਦਿੱਲੀ ਦੇ ਬਾਰਡਰਸ ਤੇ? ਵੀਰ ਜੀ ਇਹ ਤੇ ਸਵਾਲ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ ਕਿ ਅਸੀਂ ਕਿਸ ਨੂੰ ਕਿਸ ਤੋਂ ਰੋਕ ਰਹੇ ਹਾਂ। ਬਟ ਮੈਂ ਇਹਦਾ ਜਵਾਬ ਸਿੰਪਲ ਦਿਆਂਗਾ ਕਿ ਹਰ ਬੰਦਾ ਆਪਣੀ ਮੋਰਲ ਡਿਊਟੀ ਪੂਰੀ ਕਰ ਰਿਹਾ। ਕਿਸਾਨ ਆਪਣੇ ਰਾਈਟਸ ਲਈ ਲੜ ਰਹੇ ਨੇ ਤੇ ਜਿਹੜੇ ਜਵਾਨ ਹੈਗੇ ਨੇ ਉਹ ਆਪਣੀ ਮੋਰਲ ਡਿਊਟੀ ਬੀਇੰਗ ਅ EMPLOYEE ਆਫ ਦਾ ਸੈਂਟਰ ਗਵਰਨਮੈਂਟ ਐਂਡ ਦਾ ਸਟੇਟ ਗਵਰਨਮੈਂਟ ਆਪਣੀ ਡਿਊਟੀ ਪੂਰੀ ਕਰ ਰਹੇ ਨੇ। ਸਰਕਾਰ ਕੁਛ ਨਾ ਕੁਛ ਜ਼ਰੂਰ ਇਸ ਬਾਰੇ ਵੀ ਫੈਸਲਾ ਲੈ ਕੇ ਜਲਦੀ ਆਏਗੀ ਤੇ ਅਸੀਂ ਉਸਦੀ ਇੰਤਜ਼ਾਰ ਕਰ ਰਹੇ ਹਾਂ। ਕਿਤੇ ਨਾ ਕਿਤੇ ਐਮਿਕੇਬਲੀ ਕੋਈ ਨਾ ਕੋਈ ਨਿਕਲੇਗਾ ਸੋਲੂਸ਼ਨ, ਜਲਦੀ ਹੀ ਨਿਕਲੇਗਾ ਇਹਦੇ ਵਿੱਚ। ਠੀਕ ਹੈ ਡਾਕਟਰ ਸਾਹਿਬ, ਤੁਹਾਡੇ ਤੋਂ ਵੀ ਇਹੀ ਸਵਾਲ ਮੈਂ ਕਰਾਂਗਾ ਕਿ ਦਿੱਲੀ ਦੇ ਬਾਰਡਰ ਸੇ ਜਿਸ ਤਰ੍ਹਾਂ ਦਾ ਇਸ ਸਮੇਂ ਮਾਹੌਲ ਕ੍ਰੀਏਟ ਕੀਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਵੱਖ-ਵੱਖ, ਕਿਉਂਕਿ ਪਿੱਛੇ ਖਬਰਾਂ ਇਹ ਵੀ ਆ ਰਹੀਆਂ ਸਨ ਕਿ ਆਮ ਆਦਮੀ ਪਾਰਟੀ ਲਗਾਤਾਰ ਇਲਜ਼ਾਮ ਲਗਾ ਰਹੀ ਸੀ ਕਿ ਉਹਨਾਂ ਦੇ ਹੀ ਜਿਹੜੇ ਮੁੱਖ ਮੰਤਰੀ ਨੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੀ ਹਾਊਸ ਅਰੈਸਟ ਕਰ ਲਿਆ ਗਿਆ ਦਿੱਲੀ ਪੁਲਿਸ ਵੱਲੋਂ। ਇਸ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ, ਕਿਉਂਕਿ ਕੇਂਦਰ ਸਰਕਾਰ ਲਗਾਤਾਰ ਹਰ ਹੀਲਾ ਵਸੀਲਾ ਅਪਣਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨਾਂ ਨੂੰ ਵਾਪਸ ਆਪਣੇ ਘਰ ਜਾਣ ਲਈ ਉਹ ਮਜਬੂਰ ਕਰ ਸਕੇ, ਪਰ ਕਿਸਾਨ ਮਜਬੂਰ ਹੁੰਦੇ ਵਿਖਾਈ ਦੇ ਨਹੀਂ ਦੇ ਰਹੇ। ਹਾਂਜੀ, ਇਹ ਹਿਊਮਨ ਰਾਈਟਸ ਦਾ ਇਸ਼ੂ ਆ। ਤੁਸੀਂ ਕਿਸੇ ਨੂੰ ਇੰਟੀਮੀਡੇਟ ਕਰਨਾ, ਤੁਸੀਂ ਉਹਦੇ ਕੈਨਨ, ਵਾਟਰ ਕੈਨਨ ਦਾ ਇਸਤੇਮਾਲ ਕਰਨਾ, ਤੁਸੀਂ ਬਲੌਕਿੰਗ ਕਰਨੀ ਸਾਰੀ। ਹੁਣ ਦੇਖੋ ਕਿਤੇ ਦੁਨੀਆ ਵਿੱਚ ਤੁਸੀਂ ਇਹ ਨਹੀਂ ਸੁਣਿਆ ਹੋਗਾ ਕਿ 30 ਫੁੱਟ 10 ਫੁੱਟ ਤੁਸੀਂ ਉਹਨੂੰ ਜਿਹੜੀ ਹਾਈਵੇ ਆ ਉਹਨੂੰ ਤੁਸੀਂ ਪੁੱਟ ਦਿਓ, ਅੱਗੇ ਤੁਸੀਂ ਬਲੌਕ ਕਰ ਦਿਓ। ਇਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਔਰ ਇਹੋ ਹੀ ਪ੍ਰੋਜੈਕਟ ਹੋਈ ਹੈ। UN ਦੇ ਸੈਕਟਰੀ ਨੇ ਵੀ ਕਹਿ ਦਿੱਤਾ, ਟਰੂਡੋ ਸਾਹਿਬ ਨੇ ਵੀ 2 ਵਾਰਾਂ ਕਹਿ ਦਿੱਤਾ, ਇੱਥੇ UK ਦੇ ਵਿੱਚ ਵੀ ਪਾਰਲੀਮੈਂਟ ਵਿੱਚ ਗੱਲ ਹੋਈ, 36 ਮਿਨਿਸਟਰਾਂ ਨੇ ਕਹਿ ਦਿੱਤਾ, MPs ਨੇ ਕਹਿ ਦਿੱਤਾ, ਆਸਟ੍ਰੇਲੀਆ ਵਿੱਚ ਇਹ ਮਸਲਾ ਜਿਹੜਾ ਹੈ ਇੰਟਰਨੈਸ਼ਨਲ ਹੋ ਗਿਆ। ਇਹ ਜਿਹੜੀ ਤੁਸੀਂ ਗੱਲ ਕਹਿੰਦੇ ਆ ਇੰਟੀਮੀਡੇਸ਼ਨ ਜਿਹੜੀ ਇੰਨੀ ਫੌਜ ਲਿਆ ਕੇ ਕਰ ਰਹੇ ਨੇ, ਇਹ ਗਵਰਨਮੈਂਟ ਇੱਕ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤੁਹਾਨੂੰ ਡਰਾ ਰਹੀ ਹੈ। ਕਿਸੇ ਨੂੰ ਬੁਲੀ ਕਰਨਾ ਜਿਹੜਾ ਇਹ ਵੀ ਇੱਕ ਵੱਡਾ ਦੋਸ਼ ਹੈ। ਬੁਲੀ ਨਹੀਂ ਤੁਸੀਂ ਕਿਸੇ ਨੂੰ ਕਰ ਸਕਦੇ, ਤੁਸੀਂ ਫਿਜ਼ੀਕਲੀ ਬੁਲੀ ਕਰੋ, ਮੈਂਟਲੀ ਬੁਲੀ ਕਰੋ, ਇਟ ਸੇਮ ਥਿੰਗ, ਇਟ ਅਮਾਉਂਟਸ ਟੂ ਸੇਮ ਥਿੰਗ। ਤੁਸੀਂ ਕਤਲ ਕਰ ਦਿਓ ਤੇ ਇਰਾਦਾ ਕਤਲ ਹੋਵੇ ਤੇ ਇੱਕ ਹੈਗਾ ਮੈਨਸਲੈਟਰ, ਇੱਕ ਹੈਗਾ ਮਰਡਰ। ਤੋ ਇਹ ਇਸ ਵੇਲੇ ਸਾਨੂੰ ਉਹ ਇੰਟੀਮੀਡੇਟ ਕਰਕੇ ਸਾਡਾ ਮਰਡਰ ਕਰਨ ਦਾ ਇਰਾਦਾ, ਮਰਡਰ ਕਰਨ ਦਾ ਇਰਾਦਾ ਆ। ਔਰ ਜੇ ਯੂਜ਼ ਕਰ ਦੇਣ ਤੇ ਉੱਥੇ ਪਤਾ ਨਹੀਂ ਕੀ ਹੋ ਜਾਣਾ। ਮੁੜ ਕੇ ਸਾਨੂੰ ਇਹ ਬ੍ਰਾਂਡਿੰਗ ਕਰਦੇ ਨੇ, ਕਦੀ ਕਹਿ ਦਿੰਦੇ ਪਾਕਿਸਤਾਨ ਦੇ ਰਲੇ ਨੇ, ਕਦੀ ਕਹਿੰਦੇ ਚਾਈਨਾ ਦੇ ਰਲੇ ਨੇ, ਚਾਈਨਾ ਨਾਲ ਰਲੇ ਨੇ, ਕਹਿੰਦੇ ਗੁੰਮਰਾਹ ਹੋਏ ਨੇ, ਆਪੋਜੀਸ਼ਨ ਵਾਲਿਆਂ ਨੇ ਕੀਤਾ, ਖਾਲਿਸਤਾਨੀ ਨੇ, ਟੈਰਰਿਸਟ ਨੇ, they are trying to do everything। ਇਹ ਵੀ ਇੱਕ ਇੰਟੀਮੀਡੇਸ਼ਨ ਦੇ ਚੀਜ਼ ਹੈਗੇ ਨੇ ਤਰੀਕੇ ਤੁਹਾਡੇ ਵਿੱਚ ਅੰਦਰ ਖਲਬਲੀ ਪੈਦਾ ਕਰਨੀ, ਜਿਹੜੀ ਉਹ ਕਰ ਰਹੇ ਨੇ। ਆਪਣੇ ਬੰਦੇ ਭੇਜ ਕੇ ਫੜੇ ਵੀ ਆ ਉਹਨਾਂ ਨੇ। ਮੈਂ ਤੇ ਦਾਦ ਦੇਣਾ ਆ
ਜਿਹੜੀਆਂ ਕਿਸਾਨ ਯੂਨੀਅਨਸ ਨੂੰ ਉਹ ਇੰਨੇ ਸਤਰਕ ਨੇ, ਉਹਨਾਂ ਨੇ ਟੀਮਾਂ ਬਣਾਈਆਂ ਕਿ ਕੋਈ ਗਲਤ ਬੰਦਾ ਆਉਂਦਾ ਤੇ ਉਸ ਨੂੰ ਉਸੇ ਵੇਲੇ ਫੜ ਕੇ ਪੇਸ਼ ਕੀਤਾ ਜਾਵੇ। 14-15 ਬੰਦੇ ਇਹਨਾਂ ਹਰਿਆਣੇ ਸੋਨੀਪਤ ਦੇ ਪੜ ਕੇ ਪੇਸ਼ ਕੀਤੇ ਡੀਐਸਪੀ ਨੂੰ। ਏਦਾਂ ਕੁੜੀਆਂ ਵੀ ਭੇਜੀਆਂ ਗਈਆਂ। ਦੇ ਆਰ ਟ੍ਰਾਈਂਗ ਐਵਰੀਥਿੰਗ। ਦੂਜਾ ਇਹਨਾਂ ਦਾ ਮੀਡੀਆ ਜਿਹੜਾ ਇਹਨਾਂ ਦਾ ਮੀਡੀਆ ਵੀ ਖਰੀਦਿਆ। ਮੀਡੀਆ ਪਿੱਛੇ ਵੀ ਬਿਗ ਹਾਊਸਿਸ ਹੈਗੇ ਨੇ, ਕਾਰਪੋਰੇਟ ਹਾਊਸਿਸ ਹੈਗੇ ਨੇ, ਉਹ ਤੂਤੀ ਉਹੀ ਬਜਾਈ ਜਾ ਰਹੇ ਨੇ, ਕੋਈ ਨਾ ਕੋਈ ਗੱਲ ਲੱਭੀ ਜਾ ਰਹੇ ਨੇ। ਮਤਲਬ ਇਹ ਸਾਰਿਆਂ ਪਾਸਿਆਂ ਸਾਰਾ ਤਰੀਕਾ ਨਾਲ ਜਲੀਲ ਕਰਕੇ ਇਹਨੂੰ ਫੇਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅੱਜ ਤੱਕ ਸਕਸੈਸਫੁਲ ਨਹੀਂ ਹੋਏ। ਹੋ ਸਕਦਾ ਫਿਊਚਰ ਵਿੱਚ ਵੀ ਇਹ ਨਾ ਸਕਸੈਸਫੁਲ। ਇਸ ਵੇਲੇ ਇਹ ਡੋਲੇ ਹੋਏ ਨੇ, ਪਰ ਫਿਰ ਕਾਨੂੰਨ ਕਿਉਂ ਨਹੀਂ ਲੈ ਰਹੇ ਵਾਪਸ? ਕਿਉਂਕਿ ਇਹ ਕਾਰਪੋਰੇਟ ਹਾਊਸਿਸ ਦਾ ਇਹਨਾਂ ਦਾ ਰਿਲੇਸ਼ਨ ਚੱਲ ਰਿਹਾ, ਉਸ ਰਿਲੇਸ਼ਨ ਨੂੰ ਇਹ ਖਰਾਬ ਨਹੀਂ ਕਰਨਾ ਚਾਹੁੰਦੇ। ਹੁਣ ਦੇਖੋ ਜਿਹੜੇ ਹੁਣ ਕੱਲ ਜਿਹੜਾ ਇਹਨਾਂ ਨੇ ਲਿਖ ਕੇ ਦਿੱਤਾ, ਉਹਦੇ ਵਿੱਚ 7 ਆਈਟਮ ਜਿਹੜੀਆਂ ਹੈ ਇਹਨਾਂ ਨੇ ਮੰਨ ਲਈਆਂ ਗਵਰਨਮੈਂਟ ਵੀ ਤੁਸੀਂ ਠੀਕ ਕਹਿੰਦੇ ਆ। ਹੁਣ ਜਿਹੜੇ ਲਾਅ ਬਣ ਗਏ, ਜਿਹੜੇ ਐਕਟ ਬਣ ਗਏ, ਉਹਨਾਂ ਵਿੱਚ 7 ਗਲਤੀਆਂ ਇਹਨਾਂ ਨੂੰ ਤਾਂ 30-35 ਗਲਤੀਆਂ ਦੱਸੀਆਂ ਸੀ, 7 ਕਾਮਨ ਗਲਤੀਆਂ ਉਹਨਾਂ ਨੇ ਕੱਢ ਲਈਆਂ ਤੇ ਉਹ ਲਾਅ ਕਹਿਣ ਦੇ ਹੱਕ ਨਹੀਂ ਹੈਗਾ। ਇਹਦਾ ਮਤਲਬ ਉਹਦੀ ਕੋਈ ਐਕਸਰਸਾਈਜ਼ ਨਹੀਂ ਕੀਤੀ ਗਈ। ਹੁਣ ਇਹ ਪ੍ਰੈਸਟੀਜ ਕੁਐਸਚਨ ਬਣ ਕੇ ਦੇਖੋ। ਹੁਣ ਜਿਹੜਾ ਹੈਗਾ ਸੀਗਾ ਕੰਟਰੈਕਟ ਫਾਰਮਿੰਗ ਦਾ, ਉਹਦੇ ਵਿੱਚ ਸੀਗਾ ਕਿ ਟ੍ਰਾਂਜੈਕਸ਼ਨ ਆਊਟਸਾਈਡ ਦੀ ਮਾਰਕੀਟ ਵਾਲੀ ਮਾਰਕੀਟ ਯਾਰਡ ਵਿੱਚ ਹੋ ਸਕਦੀ ਆ। ਫਿਰ ਉਹਦੀ ਕੋਈ ਟ੍ਰੇਡਰ ਦੀ ਰਜਿਸਟ੍ਰੇਸ਼ਨ ਨਹੀਂ। ਜਿਹੜਾ ਡਿਸਪਿਊਟ ਆ ਉਹ ਐਸਡੀਐਮ ਕੋ ਡੀਸੀ ਕੋਲ ਜਾਊਗਾ, ਕੋਰਟ ਵਿੱਚ ਨਹੀਂ ਜਾ ਸਕਦਾ। ਹੁਣ ਦੇਖੋ ਛੋਟਾ ਬੰਦਾ 2.5 ਏਕੜ ਜੇ ਕੋਈ ਜ਼ਮੀਨ ਹੈ, ਉਹਨੇ ਕੋਰਟ ਵਿੱਚ ਵੀ ਕਿੱਥੋਂ ਚੱਲ ਜਾਣਾ ਤੇ ਐਸਡੀਐਮ ਕਿੱਥੋਂ ਚੱਲ ਜਾਣਾ? ਪੰਜਾਬ ਦੇ ਵਿੱਚ ਤਿੰਨੇ ਕਾਨੂੰਨ ਆਲਰੇਡੀ ਐਗਜ਼ਿਸਟ ਕਰਦੇ ਆ। ਕੰਟਰੈਕਟ ਫਾਰਮਿੰਗ ਹੈਗੀ ਆ ਉੱਥੇ, ਉਹਦਾ ਐਕਸਪੀਰੀਅੰਸ ਸਾਡਾ ਚੰਗਾ ਨਹੀਂ ਰਿਹਾ। ਇਸ ਵੇਲੇ ਮੈਨੂੰ ਯਾਦ ਆ ਕਿ ਉੱਥੇ ਪੈਪਸੀ ਨੇ ਲਾਇਆ, ਉੱਥੇ ਟਮਾਟਰ ਬਜਾਏ ਉੱਥੇ ਆਲੂ ਬਜਾਉਂਦੇ ਨੇ 1000 ਏਕੜ ਦੇ ਉੱਤੇ ਲੋਕਾਂ ਦੇ ਕੋਲੋਂ, ਤੇ ਮਗਰੋਂ ਆਲੂ ਜਿਹੜੇ ਨੇ ਮੁੜ ਕੇ ਉਹ ਚੁੱਕਦੇ ਨਹੀਂ, ਕਹਿੰਦੇ ਤੁਹਾਡੀ ਕੁਆਲਿਟੀ ਨਹੀਂ ਹੈਗੀ ਠੀਕ, ਜਿਹੜੀ ਉਦੋਂ ਫਿਰ ਝਗੜਾ ਪੈ ਜਾਂਦਾ। ਉਹ ਲੋਕੀ ਸੜਕਾਂ ਤੇ ਸੁੱਟਦੇ ਨੇ। ਇਵੇਂ ਹੀ ਕਾਰਨ, ਜਿਹੜੀ ਬੇਬੀ ਕਾਰਨ ਇਹਦਾ ਹੋਇਆ। ਸ਼ੂਗਰ ਕੇਨ ਦਾ ਸਾਡਾ ਐਕਸਪੀਰੀਅੰਸ ਹੈਗਾ, ਮਿੱਲਾਂ ਵਾਲਿਆਂ ਨੂੰ ਸ਼ੂਗਰ ਕੇਨ ਸੁੱਟੀ ਦਾ, ਉਹ ਫਿਰ ਪੈਸੇ ਨਹੀਂ ਦਿੰਦੇ, ਉੱਥੇ ਫਿਰ ਸਟ੍ਰਾਈਕਾਂ ਕਰਨੀਆਂ ਪੈਂਦੀਆਂ। ਆਲਰੇਡੀ ਵੀ ਹੈਵ ਦਿਸ ਐਕਸਪੀਰੀਅੰਸ। ਕੰਟਰੈਕਟ ਫਾਰਮ ਜਿਹੜਾ ਇਟਸ ਮੋਰ ਬਾਇਸ ਟੂਵਰਡ ਦੀ ਪ੍ਰਾਈਵੇਟ ਪੀਪਲ, ਕਾਰਪੋਰੇਟ ਹਾਊਸਿਸ। ਦੂਜਾ ਜਿਹੜਾ ਜਿਹੜੀਆਂ ਮੰਡੀਆਂ ਦੀ ਆਪਾਂ ਗੱਲ ਕਰਦੇ ਆ, ਮੰਡੀਆਂ ਜੇ ਤਾਂ ਫ੍ਰੀ ਫੰਡ ਕਰ ਦਿੱਤਾ ਤੇ ਫਿਰ ਤੁਹਾਨੂੰ ਮੰਡੀਆਂ ਤੁਹਾਡੀਆਂ ਜਿਹੜੇ ਸਟਰਕਚਰਲ ਮੰਡੀਆਂ ਉਹ ਖਤਮ ਹੋ ਜਾਣੀਆਂ ਤੇ ਪ੍ਰਾਈਵੇਟ ਮੰਡੀਆਂ ਆ ਰਹੀਆਂ। ਯੂ ਆਰ ਔਨ ਦੀ ਮਰਸੀ ਆਫ ਦੀ ਪ੍ਰਾਈਵੇਟ ਪੀਪਲ। ਤੇ ਜਿਹੜਾ ਨਾ ਕੰਟਰੈਕਟ ਫਾਰਮ, ਉਹਦੇ ਤੇ ਇਸ ਵੇਲੇ ਕਿਸੇ ਨੇ ਤੁਹਾਡੀ ਲੈਂਡ ਨਹੀਂ ਲੈਣੀ, ਤੁਹਾਨੂੰ ਹੌਲੀ 2-3 ਸਾਲ ਵਿੱਚ ਮਜਬੂਰ ਕਰ ਦੇਣਾ ਕਿ ਤੁਸੀਂ ਲੈਂਡ ਛੱਡ ਕੇ ਚਲੇ ਜਾਓ। ਜਦੋਂ ਤੁਸੀਂ ਲੈਂਡ ਛੱਡ ਕੇ ਜਾਂਦੇ ਆ ਤੇ ਤੁਸੀਂ ਕੀ ਕਰੋਗੇ ਫਿਰ? ਦੈਨ ਯੂ ਬਿਕਮ ਵਰਕਰ ਔਨ ਦੀ ਸੇਮ ਲੈਂਡ, ਜਾਂ ਫਿਰ ਕਿਤੇ ਬਾਹਰ ਜਾਓ, ਬਾਹਰ ਇੰਪਲੋਇਮੈਂਟ ਹੈ ਨਹੀਂ ਗੀ। ਇਹਦਾ ਮਤਲਬ ਓਵਰਆਲ ਸਾਰਿਆਂ ਨੂੰ ਇਹ ਪ੍ਰੋਬਲਮ ਹੈ। ਤੇ ਤੀਜੀ ਗੱਲ ਜਿਹੜੀ ਵਕੀਲ ਸਾਹਿਬ ਕਹਿ ਰਹੇ, ਜਿਹੜੀ ਹੋਲਡਿੰਗ ਦਾ ਕਰ ਦਿੱਤਾ ਇਹਨਾਂ ਨੇ, ਜੇ ਤੇ ਹੋਲਡਿੰਗ, ਹੁਣ ਤੁਸੀਂ ਆਪ ਪਿਆਜ਼ ਦੇਖਿਆ ਹੀ ਆ, 100 ਰੁਪਏ ਤੱਕ ਵੀ ਚਲਾ ਗਿਆ। ਤੇ ਇੱਕ ਮੈਂ ਵੀਡੀਓ ਤੇ ਦੇਖਿਆ ਮਹਾਰਾਸ਼ਟਰ ਦਾ, ਉਹ ਕਹਿੰਦਾ ਮੈਂ 2 ਰੁਪਏ ਕਿਲੋ ਛੁੱਟ ਕੇ ਆਇਆ। ਉਹਨਾਂ ਵੀ ਰੋਂਦਾ ਸੀ, ਕਹਿੰਦਾ ਮੈਂ ਰੋਟੀ ਕਿੱਥੋਂ ਖਾਵਾਂ ਬੱਚਿਆਂ ਨੂੰ। ਮਤਲਬ ਇਹ ਅਨਈਕੁਅਲ ਫਾਈਟ ਹੈ, ਲੈਵਲ ਪਲੇਇੰਗ ਹੈ ਨਹੀਂ ਗੀ। ਇਟਸ ਮੋਰ ਬਾਇਸ ਟੂਵਰਡਸ ਕਾਰਪੋਰੇਟ ਹਾਊਸਿਸ ਤੇ ਛੋਟੇ ਕਿਸਾਨ। ਦੇਖੋ ਆਪਾਂ ਨੂੰ ਜਿਹੜਾ ਕਾਰਪੋਰੇਟ ਵਾਲਾ ਜਿਹੜਾ ਸਿਸਟਮ ਹੈ ਨਾ, ਇਹ ਬਾਹਰਲੇ ਮੁਲਕਾਂ 'ਚ ਕੰਮ ਕਰਦਾ ਹੈ, ਵੈਸਟ ਵਿੱਚ ਕੰਮ ਕਰਦਾ, ਜਿੱਥੇ ਖੇਤੀ ਦੇ ਮਿਨੀਮਮ 300-400 ਏਕੜ ਦੇ ਮਾਰਕੀਟ ਤੇ 2% ਪਾਪੂਲੇਸ਼ਨ ਇਹਦੇ 'ਚ ਲੱਗੀ ਹੈ। ਸਾਡੀ ਤੇ 80% ਪਾਪੂਲੇਸ਼ਨ ਐਗਰੀਕਲਚਰ 'ਚ ਆ। ਹੁਣ ਦੇਖੋ ਤੁਹਾਨੂੰ ਕੁਛ ਨਾ ਹੋਵੇ, ਕੁਛ ਨਾ ਮਿਲੇ, 2.5 ਏਕੜ ਤੁਹਾਡੇ ਕੋਲ ਜ਼ਮੀਨ ਹੈ, ਕਮ ਸੇ ਕਮ ਤੁਸੀਂ ਰੋਟੀ ਤੇ ਖਾਈ ਜਾਂਦੇ ਆ ਨਾ। ਤੁਹਾਨੂੰ ਬਾਕੀ ਫੈਸਿਲਿਟੀ ਨਹੀਂ ਮਿਲਦੀ, ਤੁਹਾਨੂੰ ਅਨਾਜ ਤੇ ਤੁਹਾਡਾ ਘਰ ਦਾ ਹੋ ਕੇ ਤੁਸੀਂ ਰੋਟੀ ਤੇ ਖਾਈ ਜਾਂਦੇ, ਸਰਵਾਈਵ ਤੇ ਕਰੀ ਜਾਂਦੇ ਆ। ਹੁਣ ਇਹ ਵੀ ਜੇ ਬਚ ਗਿਆ ਤੇ ਬਿਲਕੁਲ ਠੀਕ ਹੈ, ਕਿਉਂਕਿ ਕੰਟਰੈਕਟ ਫਾਰਮਿੰਗ ਇੱਕ ਪਾਸੇ ਹੈ ਔਰ ਖੇਤੀ ਵਿਭਿੰਨਤਾ ਵੀ ਇੱਕ ਪਾਸੇ ਹੈ। ਕਿਉਂਕਿ ਕਿਸਾਨਾਂ ਨੂੰ ਵਾਰ-ਵਾਰ ਕਿਹਾ ਗਿਆ ਸੀਗਾ ਕਿ ਤੁਸੀਂ ਖੇਤੀ ਵਿਭਿੰਨਤਾ ਅਪਣਾਓ ਤੇ ਵਾਰ-ਵਾਰ ਤੁਹਾਨੂੰ ਅਸੀਂ ਵੱਧ ਕੀਮਤਾਂ ਵੀ ਦੇਵਾਂਗੇ। ਜਦੋਂ ਕਿਸਾਨਾਂ ਨੇ ਖੇਤੀ ਵਿਭਿੰਨਤਾ ਵੱਲ ਕਦਮ ਉਠਾਉਣੇ ਸ਼ੁਰੂ ਕੀਤੇ ਤਾਂ ਮੰਡੀਆਂ ਵਿੱਚ ਉਹਨਾਂ ਦੀ ਫਸਲ ਵਿਕੀ ਨਹੀਂ। ਕਿਸਾਨ ਉਸ ਸਮੇਂ ਵੀ ਪ੍ਰਦਰਸ਼ਨ ਕਰਦੇ ਵਿਖਾਈ ਦਿੱਤੇ ਸਨ। ਸਾਨੂੰ ਯਾਦ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਅਸੀਂ ਕਈ ਐਸੀ ਖਬਰਾਂ ਸੀ ਰਿਪੋਰਟਿੰਗ ਵੀ ਕੀਤੀ ਹੈਗੀ, ਪ੍ਰਸਾਰਿਤ ਵੀ ਕੀਤੀਆਂ ਵੱਖ-ਵੱਖ ਚੈਨਲ ਦੇ ਜ਼ਰੀਏ ਕਿ ਕਿਸ ਤਰ੍ਹਾਂ ਕਿਸਾਨ ਜਿਹੜਾ ਹੈ ਖੇਤੀ ਵਿਭਿੰਨਤਾ ਦੇ ਚੱਕਰ ਵਿੱਚ ਫਸ ਚੁੱਕਾ ਹੈ ਔਰ ਜਦੋਂ ਉਹ ਸਰਕਾਰ ਦੀ ਮੰਨ ਕੇ ਵੱਖ-ਵੱਖ ਫਸਲਾਂ ਟਰਾਈ ਕਰਦਾ ਔਰ ਮੰਡੀਆਂ ਵਿੱਚ ਉਸਦਾ ਮੁੱਲ ਹੀ ਨਹੀਂ ਪੈਂਦਾ। ਪਰ ਜਿਵੇਂ ਤੁਸੀਂ ਕਹਿ ਰਹੇ ਹੋ ਡਾਕਟਰ ਸਾਹਿਬ, ਬਿਲਕੁਲ ਤੁਸੀਂ ਦੁਰਸਤ ਫਰਮਾਇਆ। ਪਰ ਕੁਲਜੀਤ ਸਿੰਘ ਸਚਦੇਵਾ ਸਾਹਿਬ, ਇੱਥੋਂ ਤੁਹਾਡੇ ਤੋਂ ਵੀ ਸਵਾਲ ਕਰਾਂਗਾ। ਡਾਕਟਰ ਸਾਹਿਬ, ਇਹ ਸਵਾਲ ਮੈਂ ਤੁਹਾਡੇ ਤੋਂ ਵੀ ਬਾਤ ਕਰਾਂਗਾ ਕਿ ਹੁਣ ਜਿਵੇਂ ਤੁਸੀਂ ਦੱਸਿਆ ਸੀਗਾ ਕਿ ਬਾਹਰ ਦੇ ਜਿਹੜੇ ਲੋਕ ਹੈਗੇ ਨੇ ਉਹ ਇਸ ਗੱਲ ਨੂੰ ਸਮਝਦੇ ਨੇ ਬਖੂਬੀ ਕਿ ਕਿਸਾਨਾਂ ਦਾ ਦਰਦ ਕੀ ਹੈ, ਲੇਕਿਨ ਆਪਣੀ ਹੀ ਸਰਕਾਰ, ਭਾਰਤ ਦੀ ਸਰਕਾਰ ਕਿਸਾਨਾਂ ਦਾ ਦਰਦ ਸਮਝਣ ਵਾਲੀ ਵਿਖਾਈ ਦੇ ਰਹੀ। ਕਿਉਂਕਿ ਕੈਨੇਡਾ ਦੀ ਗੱਲ ਕਰੀਏ ਤਾਂ ontario ਦੀ ਗੱਲ ਕਰ ਲਓ ਜਾਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰ ਲਓ, ਵੱਖ-ਵੱਖ ਸ਼ਹਿਰਾਂ ਵਿੱਚ ਕਿਸਾਨਾਂ ਦੇ ਹੱਕ ਵਿੱਚ, ਭਾਰਤੀ ਕਿਸਾਨਾਂ ਦੇ ਹੱਕ ਵਿੱਚ ਉੱਥੇ ਪ੍ਰਦਰਸ਼ਨ ਕੱਢੇ ਗਏ। ਅਮਰੀਕਾ ਦੀ ਗੱਲ ਕਰੀਏ ਤਾਂ ਇੱਥੇ ਵੀ ਕੈਲੀਫੋਰਨੀਆ ਦੀ ਗੱਲ ਕਰ ਲਓ ਜਾਂ ਟੈਕਸਸ ਦੀ ਗੱਲ ਕਰ ਲਓ ਜਾਂ ਫਿਰ ਨਿਊਯਾਰਕ ਵਾਲੇ ਪਾਸੇ ਚਲੇ ਜਾਓ ਤਾਂ ਹਰ ਪਾਸੇ ਵੱਖ-ਵੱਖ ਸ਼ਹਿਰਾਂ ਵਿੱਚ ਇੱਥੇ ਵੀ ਬੇਸ਼ੁਮਾਰ ਕਾਰਾਂ ਦਾ ਕਾਫਿਲਾ ਵਿਖਾਈ ਦਿੱਤਾ ਜਦੋਂ ਕਿਸਾਨਾਂ ਦੀ ਹਿਮਾਇਤ ਵਿੱਚ ਲੋਕ ਅੱਗੇ ਆਏ।
ਗੱਲ ਇੱਥੇ ਖਤਮ ਨਹੀਂ ਹੁੰਦੀ, ਬਲਕਿ ਯੂਕੇ ਦੀ ਗੱਲ ਕਰੀਏ, ਇਟਲੀ ਦੀ ਗੱਲ ਕਰੀਏ, ਜਾਂ ਫਿਰ ਅਸੀਂ ਗੱਲ ਕਰੀਏ ਆਸਟ੍ਰੇਲੀਆ ਦੀ, ਵੱਖ-ਵੱਖ ਮੁਲਕਾਂ ਵਿੱਚ ਭਾਰਤੀ ਕਿਸਾਨਾਂ ਦਾ ਜਿਹੜਾ ਇਹ ਪ੍ਰਦਰਸ਼ਨ ਹੈ, ਇਹ ਇੰਟਰਨੈਸ਼ਨਲ ਪ੍ਰਦਰਸ਼ਨ ਇਸ ਸਮੇਂ ਬਣ ਚੁੱਕਾ ਹੈ। ਤੁਹਾਨੂੰ ਲੱਗਦਾ ਹੈ ਸਚਦੇਵਾ ਸਾਹਿਬ, ਸਰਕਾਰ ਝੁਕੇਗੀ? ਮੋਦੀ ਸਰਕਾਰ ਕਿਉਂਕਿ ਆਪਣਾ ਅੱਜ ਜਿਹੜਾ ਪਹਿਲੇ ਦਿਨ ਤੋਂ ਦੱਸ ਚੁੱਕੀ ਹੈ ਕਿ ਅਸੀਂ ਝੁਕਣ ਵਾਲਿਆਂ ਵਿੱਚੋਂ ਨਹੀਂ ਆ, ਅਸੀਂ ਜੋ ਵੀ ਬਿੱਲ ਪਾਸ ਕਰਾਂਗੇ ਉਸਦੇ ਅੰਤ ਤੱਕ ਅਸੀਂ ਜਾਵਾਂਗੇ। ਲੋਕ ਸਾਡੇ ਚਾਹੇ ਜਿੰਨਾ ਮਰਜ਼ੀ ਕੋਈ ਮੁਖਾਲਫਤ ਕਰੇ, ਚਾਹੇ ਸਾਡੀ ਜਿੰਨਾ ਮਰਜ਼ੀ ਕੋਈ ਪ੍ਰਦਰਸ਼ਨ ਕਰੇ। ਸਚਦੇਵਾ ਸਾਹਿਬ, ਭਾਈ ਸਾਹਿਬ, ਇੱਥੇ ਹਾਰ ਜਿੱਤ ਦੀ ਗੱਲ ਨਹੀਂ, ਇੱਥੇ ਸਾਡੇ ਰਾਈਟਸ ਦੀ ਗੱਲ ਹੈ। ਇੱਥੇ ਨਾ ਤੇ ਕਿਸਾਨ ਅੰਦੋਲਨ ਜਿਹੜਾ ਹੈਗਾ ਕਿਸੇ ਨੂੰ ਝੁਕਾਉਣਾ ਚਾਹੁੰਦਾ ਹੈ, ਨਾ ਸਰਕਾਰ ਦੀ ਮਨਸ਼ਾ ਹੈ ਕਿ ਕਿਸਾਨਾਂ ਨੂੰ ਝੁਕਾਏ। ਮਕਸਦ ਹੈਗਾ ਕਿ ਪ੍ਰੋਬਲਮ ਦਾ ਸੋਲੂਸ਼ਨ ਕਿਵੇਂ ਕੱਢਿਆ ਜਾਏਗਾ ਤੇ ਕੌਣ ਕੱਢੇਗਾ। ਸਰਕਾਰਾਂ ਜਿਹੜੀਆਂ ਵੀ ਸਰਕਾਰਾਂ ਨੇ ਜਿਹੜੀਆਂ ਪਾਵਰ 'ਚ ਬੈਠੀਆਂ ਨੇ, ਉਹ ਆਪਣੇ ਅਕੋਰਡਿੰਗਲੀ ਜੋ ਵੀ ਐਕਟ ਲੈ ਕੇ ਆਉਂਦੀਆਂ ਨੇ ਉਹ ਵੈਲਫੇਅਰ ਵਾਸਤੇ ਲੈ ਕੇ ਆਉਂਦੀਆਂ ਨੇ। ਲੇਕਿਨ ਜ਼ਰੂਰੀ ਨਹੀਂ ਕਿ ਉਹ ਵੈਲਫੇਅਰ ਵਾਸਤੇ ਐਕਟ ਹੈ ਤੇ ਜਿਨ੍ਹਾਂ ਵਾਸਤੇ ਐਕਟ ਹੈ ਉਹਨਾਂ ਤੋਂ ਪੁੱਛੇ ਬਿਨਾਂ ਬਣਾਇਆ ਜਾਏ। ਤੇ ਹੁਣ ਡੈਲੀਬਰੇਸ਼ਨ ਦੋਨੋਂ ਪੱਖਿਆਂ ਦਾ ਡੈਲੀਬਰੇਸ਼ਨ ਚੱਲ ਰਿਹਾ। ਆਲਰੇਡੀ 5-6 ਬੈਠ ਸਿਟਿੰਗਸ ਹੋ ਚੁੱਕੀਆਂ ਨੇ। ਕੁਝ ਗੱਲਾਂ ਸਰਕਾਰ ਨੇ ਵੀ ਮੰਨੀਆਂ ਨੇ, ਜਿੱਥੇ ਸਰਕਾਰ ਕਹਿੰਦੀ ਜੀ ਕੁਝ ਮਿਸਟੇਕਸ ਹੋਈਆਂ ਨੇ ਡਰਾਫਟ ਦੇ ਵੇਲੇ। ਤੇ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਦੋਨੋਂ ਪਾਰਟੀਆਂ ਮਿਲ ਕੇ ਕੁਝ ਅੱਛਾ ਕੰਕਲੂਜਨ ਰੈਜ਼ੋਲੂਸ਼ਨ ਕੱਢ ਕੇ ਲਿਆਉਣਗੀਆਂ। ਚਲੋ ਠੀਕ ਹੈ। ਡਾਕਟਰ ਸਾਹਿਬ, ਤੁਸੀਂ ਕੀ ਕਹੋਗੇ ਇਸ ਬਾਰੇ? ਹਾਂਜੀ, ਵੈਸੇ ਇਹ ਹੁਣ ਇਸ ਵੇਲੇ ਡੈਡਲੌਕ ਲੱਗਾ ਹੋਇਆ, ਔਰ ਜਦੋਂ ਦੀ ਸਟ੍ਰਾਈਕ ਹੋਈ ਹੈ ਇਹਨਾਂ ਦੀ, ਆਪਣਾ ਕਿਸਾਨਾਂ ਦੀ, ਤੇ 2-2.5 ਮਹੀਨੇ ਤੇ ਪੰਜਾਬ ਵਿੱਚ ਹੁੰਦੀ ਰਹੀ ਆ, ਹੁਣ 13 ਦਿਨ ਤਾਂ ਇੱਥੇ ਹੋ ਗਏ ਨੇ। ਇਹ ਜਿਹੜੀ ਆਫਰ ਗਵਰਨਮੈਂਟ ਲੈ ਕੇ ਆਈ ਹੈ, ਇਹ ਤੇ ਪਹਿਲੇ ਦਿਨ ਵੀ ਦੇ ਸਕਦੇ ਸੀਗੇ, ਜਦੋਂ ਇਹਨਾਂ ਨੇ 26-27 ਨੂੰ ਅਨਾਉਂਸ ਕੀਤਾ ਇਹ ਉਦੋਂ ਵੀ ਇਹ ਦੇ ਸਕਦੇ ਸੀ ਜੇ ਮਾਈਨਰ ਗੱਲਾਂ ਇਹ ਕਹਿੰਦੇ ਨੇ। ਹੁਣ ਸਰਕਾਰ ਇਸ ਵੇਲੇ ਮੂਵ ਨਹੀਂ ਹੋ ਰਹੀ ਜਰਾ ਜਿੰਨਾ ਵੀ, ਉਹ ਅੜੇ ਹੋਏ ਨੇ। ਦੂਜਾ ਇਹ ਵੀ ਇੱਕ ਗਲਤ ਧਾਰਨਾ ਹੈਗੀ ਆ ਕਿ ਇਹ ਸਰਕਾਰ ਪਿੱਛੇ ਨਹੀਂ ਹੁੰਦੀ। ਵੀ 2015 ਦੇ ਵਿੱਚ ਲੈਂਡ ਐਕੁਜੀਸ਼ਨ ਦਾ ਇਹਨਾਂ ਨੇ ਐਕਟ ਲਿਆਂਦਾ ਸੀ, ਉਹਦੇ ਤੇ ਰੌਲਾ ਪਿਆ ਸੀ ਔਰ ਇਹਨਾਂ ਨੂੰ ਵਾਪਸ ਕਰਨਾ ਪਿਆ ਸੀ। ਇਸ ਕਰਕੇ ਇਹੋ ਜੀ ਕੋਈ ਗੱਲ ਨਹੀਂ ਹੈਗੀ। ਮੈਂ ਜੋ ਰੀਜ਼ਨ ਸਮਝਦਾ, ਇਹਨਾਂ ਦੇ ਪਿੱਛੇ ਕਾਰਪੋਰੇਟ ਹਾਊਸ ਜਿਹੜੇ ਨਾਰਾਜ਼ ਹੋ ਰਹੇ ਨੇ, ਔਰ ਉਸ ਤੇ ਬੀਜੇਪੀ ਨੂੰ, ਮੈਂ ਕਿਤੇ ਪੜ੍ਹਿਆ ਸੀ 1000 ਕਰੋੜ ਤੱਕ ਸਾਲਾਨਾ ਕਈ ਵਾਰ ਇਹਨਾਂ ਨੂੰ ਡੋਨੇਸ਼ਨ ਦਿੱਤੀ ਜਾਂਦੀ ਹੈ, ਉਹ ਜੋ ਜਾਂਦੀ ਆ। ਔਰ ਇਹਨਾਂ ਨੂੰ ਉਹ ਲੱਗ ਰਿਹਾ ਕਿ ਸਾਡੀ ਤੇ ਉਹ ਸਾਰੀ ਐਗਜ਼ਿਸਟੈਂਸ ਹੀ ਖਤਮ ਹੋ ਜਾਣੀ। ਇਹ ਮੈਂ ਇੱਕ ਹੋਰ ਵੀਡੀਓ ਦੇਖੀ ਸੀ, ਉਹਦੇ ਵਿੱਚ ਕਿਹਾ ਜਦੋਂ ਅਡਵਾਨੀ ਸਾਹਿਬ ਦਾ ਔਰ ਮੋਦੀ ਸਾਹਿਬ ਦਾ ਕੰਪੀਟੀਸ਼ਨ ਹੋਇਆ ਵੀ PM ਕੈਂਡੀਡੇਟ ਕੌਣ ਹੋਣਾ ਚਾਹੀਦਾ, ਤੇ ਉੱਥੇ ਇਹੀ ਗੱਲ ਹੋਈ ਕਿ ਜਿਹੜਾ ਜ਼ਿਆਦਾ ਪੈਸੇ ਲੈ ਆਵੇ। ਤੇ ਇਹਨਾਂ ਨੇ 1 ਮਿੰਟ ਵਿੱਚ ਕਾਰਪੋਰੇਟ ਹਾਊਸ ਵਿੱਚੋਂ ਪੈਸੇ ਲੈ ਲਏ, ਕਿਉਂਕਿ ਉਹ ਗੁਜਰਾਤੀ ਨੇ ਸਾਰੇ, ਅੰਬਾਨੀ ਅਡਾਨੀ ਸਾਰੇ ਗੁਜਰਾਤੀ ਨੇ, ਸ਼ਾਹ ਜੀ ਵੀ ਗੁਜਰਾਤੀ ਨੇ। ਇਸ ਕਰਕੇ ਇਹ ਪ੍ਰੋਬਲਮ ਇਹਨਾਂ ਦੇ ਇਸ ਕਰਕੇ ਆ ਰਹੀ ਆ ਵੀ ਅਸੀਂ ਉਹਨਾਂ ਨੂੰ ਕਿੱਥੋਂ ਕੀ ਮੂੰਹ ਦਿਖਾਵਾਂਗੇ ਔਰ ਪੈਸੇ ਸਾਡੇ ਕਿੱਥੇ ਜਾਣਗੇ। ਹੋਰ ਕੋਈ ਅੜੀ ਉੜੀ ਵਾਲੀ ਗੱਲ ਹੈ ਨਹੀਂ। ਇਹ ਵਿੱਚੋਂ ਘਬਰਾਏ ਹੋਏ ਨੇ, ਇਹੋ ਜੀ ਕੋਈ ਗੱਲ ਨਹੀਂ ਹੈਗੀ। ਮਿੰਟ ਬਾਅਦ ਹੁਣ ਹਰ ਗੱਲ, ਐਵਰੀ ਮੀਟਿੰਗ 7-8 6 ਮੀਟਿੰਗਾਂ ਹੋ ਗਿਆ, ਹਰ ਮੀਟਿੰਗ ਵਿੱਚ ਉਹੋ ਹੀ ਰਿਟੋਰਿਕ ਤੁਸੀਂ ਕਹੀ ਜਾਓ ਤੇ ਲੋਕਾਂ ਨੇ ਅੱਕਣਾ ਹੀ ਆ, ਕਿਸਾਨਾਂ ਨੇ। ਉਹਨੂੰ ਕਹੇ ਕੋਈ ਨਵੀਂ ਗੱਲ ਕਰੋ ਜੇ ਕਰਨੀ ਆ। ਪਹਿਲਾਂ ਤੇ ਇਹਨਾਂ ਵੀ ਨਹੀਂ ਸੀ ਮੰਨਦੇ ਸਾਡੇ ਕਾਨੂੰਨ ਦੇ ਵਿੱਚ ਕੋਈ ਗੜਬੜ ਹੈਗੀ ਆ, ਪਹਿਲਾਂ ਤੇ ਇਹ ਵੀ ਨਹੀਂ ਸੀ ਮੰਨਦੇ ਸਾਡੇ ਕਾਨੂੰਨ ਤੁਹਾਡੇ ਬਹੁਤ ਫਾਇਦੇ ਵਿੱਚ ਨੇ। ਇਸ ਵੇਲੇ ਸਾਰੇ ਇਹਨਾਂ ਨੇ, ਮੈਨੂੰ ਇੱਕ ਕੱਲ ਬੁੱਕਲੇਟ ਆਈ ਕਾਨੂੰਨ ਕਿੰਨੇ ਵਧੀਆ ਨੇ ਗਵਰਨਮੈਂਟ ਆਫ ਇੰਡੀਆ ਦੀ। ਇਸ ਕਰਕੇ ਉਹ ਤਾਂ ਹੁਣ ਇਸ ਵੇਲੇ ਪ੍ਰਚਾਰ 'ਚ ਲੱਗੇ ਨੇ ਕਿ ਇਹ ਕਾਨੂੰਨ ਵਾਪਸ ਨਾ ਹੋਣ। ਮੁੜ ਕੇ ਗਲਤੀਆਂ ਨਿਕਲ ਆਈਆਂ, ਹੁਣ ਗਲਤੀਆਂ ਦੇ ਅੱਗੇ ਕੀ ਹੋਣਾ। ਹੁਣ ਕਾਨੂੰਨਾਂ ਦੀ ਜਿਹੜੀ ਇੰਪੋਰਟੈਂਟ ਗੱਲ ਹੈ, ਇਹਨਾਂ ਦੀ ਮਨਸ਼ਾ ਕੀ ਹੈ ਕਾਨੂੰਨ ਲਿਆਉਣ ਦੀ, ਇਸ ਕਿਹੜੀ ਕੰਡੀਸ਼ਨ ਵਿੱਚ ਲਿਆਂਦੇ ਗਏ, ਉਹ ਤੁਹਾਨੂੰ ਦੇਖਣ ਲਈ ਇਹਦੇ ਬਿਹਾਈਂਡ ਕਿਹੜੀ ਚੀਜ਼ ਚੱਲ ਰਹੀ ਹੈ। ਇਕੱਲੀ ਸਰਕਾਰ ਨਹੀਂ, ਇਹਦੇ ਮਗਰ ਕੁਝ ਹੋਰ ਚੀਜ਼ ਹੈ ਜਿਹੜੀ ਸਾਨੂੰ ਦਿਖਾਈ ਨਹੀਂ ਦੇ ਰਹੀ, ਜਿਸ ਕਰਕੇ ਅੜੇ ਹੋਏ ਨੇ। ਨਹੀਂ ਤੇ ਅੜਨ ਦਾ ਕੀ ਮਤਲਬ? ਹੁਣ ਤੁਸੀਂ ਮੈਨੂੰ ਕਿ ਗਿਫਟ ਦੇਣੇ ਆ, ਮੈਂ ਕਹਾਂ ਵੀ ਮੈਂ ਨਹੀਂ ਲੈਣਾ ਗਿਫਟ, ਤੂੰ ਕਹੇ ਨਹੀਂ ਲੈਣਾ, ਤੇਰੇ ਵਾਸਤੇ ਬਹੁਤ ਵਧੀਆ ਤੁਸੀਂ ਥੋਪੀ ਜਾਓ। ਇਹ ਕਿੱਦਾਂ ਹੋ ਸਕਦਾ? ਮਤਲਬ ਕਿਸਾਨ ਜਿਹੜੇ ਆ ਉਹ ਕਹਿੰਦੇ ਅਸੀਂ ਚੀਜ਼ ਨਹੀਂ ਲੈਣੀ, ਗਵਰਨਮੈਂਟ ਕਹਿੰਦੀ ਨਹੀਂ ਤੇਰੇ ਫਾਇਦੇ ਦੀ ਹੈ ਤੂੰ ਲੈ ਲਾ। ਉਹ ਕਹਿੰਦੇ ਸਾਨੂੰ ਫਾਇਦਾ ਦਿਸਦਾ ਨਹੀਂ ਹੈਗਾ ਲੌਂਗ ਟਰਮ ਦੇ ਵਿੱਚ, ਤੁਸੀਂ ਕਹੋ ਨਹੀਂ ਤੁਹਾਨੂੰ ਫਾਇਦਾ ਹੋ ਜਾਣਾ। ਇਹ ਬੜੀ ਅਜੀਬ ਦੀ ਸਥਿਤੀ ਆਈ ਆ। ਅਲਟੀਮੇਟਲੀ ਗਵਰਨਮੈਂਟ ਨੂੰ, ਕਿਉਂਕਿ ਡੈਮੋਕ੍ਰੇਸੀ ਹੈਗੀ ਆ, ਇਹਦੇ ਵਿੱਚ ਲੋਕਾਂ ਦਾ ਰਾਜ ਆ, ਕਿੰਨਾ ਚਿਰ ਤੰਗ ਕਰਨਗੇ? ਕਿਉਂਕਿ ਜੱਟ ਤੇ ਲੈ ਕੇ ਆਏ ਨੇ ਆਪਣੇ ਨਾਲ ਰਾਸ਼ਨ, ਉਹ ਕਹਿੰਦੇ ਠੀਕ ਆ ਬੈਠੇ ਹੁਣ ਬੈਠੇ ਰਹਾਂਗੇ ਕੋਈ ਗੱਲ ਨਹੀਂ। ਉੱਥੇ ਤੁਸੀਂ ਮਾਹੌਲ ਦੇਖੋ ਜਾ ਕੇ, ਲੰਗਰ ਲੱਗੇ ਨੇ, ਮਾਹੌਲ ਬੜਾ ਸੈਕੂਲਰ ਮਾਹੌਲ ਉੱਥੇ ਬਣਿਆ ਪਿਆ ਆ, ਔਰ ਪਿੱਛੋਂ ਸਪੋਰਟ ਬੜੀ ਆ। ਇਸ ਕਰਕੇ ਗਵਰਨਮੈਂਟ ਨੂੰ ਇਸ ਵੇਲੇ ਬੜਾ ਖਤਰਾ ਹੋਇਆ ਪਿਆ। ਇਹ ਗੱਲ ਛੇਤੀ ਨਹੀਂ ਨਿਬੜਨੀ। ਹੁਣ ਉਹਨਾਂ ਨੇ ਅੱਗੇ ਸਖਤ ਕਰ ਦਿੱਤੇ ਆਪਣਾ ਰਵਈਆ, ਅੱਗੇ ਬੰਦ ਕਰਨੇ ਆ, ਟੋਲ ਪਲਾਜ਼ੇ ਖਤਮ ਬੰਦ ਕਰ ਦੇਣੇ ਆ 12 ਤਰੀਕ ਨੂੰ, 14 ਤਰੀਕ ਨੂੰ ਹੋਰ ਲੋਕਲ ਕਰਨੇ ਆ। ਏਦਾਂ ਵੱਧਦਾ ਜਾਣਾ, ਇਹ ਘਟਣਾ ਨਹੀਂ ਹੈਗਾ। ਅਲਟੀਮੇਟ ਨੂੰ ਸਰਕਾਰ ਨੂੰ ਝੁਕਣਾ ਪੈਣਾ। ਸਰਕਾਰ ਲੋਕਾਂ ਦੀ ਆ, ਸਰਕਾਰ ਡਿਕਟੇਟਰਸ਼ਿਪ ਨਹੀਂ ਹੈਗੀ। ਇਹ ਹਿਟਲਰ ਵਾਲਾ ਨਹੀਂ ਚੱਲਣਾ, ਕਿਉਂਕਿ ਸਰਕਾਰਾਂ ਵੱਧ ਤੋਂ ਵੱਧ ਕੀ ਕਰਨਗੇ? ਜਿਹੜੀ ਫੌਜ ਤੁਸੀਂ ਗੱਲ ਕੀਤੀ, ਫੌਜ ਲਿਆਂਦੀ ਹੈ ਨਾ, ਫੌਜ ਹੁਣ ਕਿਸਾਨ ਕਹਿੰਦੇ ਤੁਸੀਂ ਸਾਨੂੰ ਮਾਰਨਾ ਮਾਰ ਲਓ, ਅਸੀਂ ਬੈਠੇ ਆ, ਗੋਲੀ ਮਾਰਨੀ ਮਾਰ ਲਓ, ਅਸੀਂ ਵਾਇਲੈਂਟ ਨਹੀਂ ਹੋਣਾ, ਅਸੀਂ ਬੈਠੇ ਆ ਇੱਥੇ, ਤੁਸੀਂ ਮਾਰਨਾ ਮਾਰ ਲਓ। ਤੁਹਾਡੀ ਬਾਹਰ ਇੰਟਰਨੈਸ਼ਨਲ ਲੈਵਲ ਤੇ ਜੋ ਬੇਇੱਜ਼ਤੀ ਇਸ ਵੇਲੇ ਇੰਡੀਆ ਗਵਰਨਮੈਂਟ ਦੀ ਹੋ ਰਹੀ ਆ, ਉਹ ਸਾਨੂੰ ਪਤਾ। ਜਿਹੜੇ ਅਸੀਂ ਬਾਹਰ ਬੈਠੇ ਆ, UNO ਤੱਕ ਹੋ ਰਿਹਾ, ਉੱਥੇ ਹਿਊਮਨ ਰਾਈਟ ਦਾ ਜਿਹੜਾ ਨਾ, ਵਾਇਲੇਸ਼ਨ ਆਫ ਹਿਊਮਨ ਰਾਈਟ,
ਇਸ ਦੇ ਉੱਤੇ ਬੜਾ ਨੋਟਿਸ ਲਿਆ ਜਾ ਰਿਹਾ, ਈਵਨ ਯੂਐਨਓ ਦੇ ਵਿੱਚ ਵੀ ਇਸ ਦਾ ਬੜਾ ਨੋਟਿਸ ਲਿਆ ਜਾ ਰਿਹਾ। ਔਰ ਇਹ ਹਿਊਮਨ ਰਾਈਟ ਸਿਰਫ ਇਹ ਨਹੀਂ ਕਿ ਤੁਸੀਂ ਫਿਜ਼ੀਕਲੀ ਉਹਨੂੰ ਕਰੋ, ਮੈਂਟਲੀ ਟਾਰਚਰ ਕਰੋ, ਉਹਦੀਆਂ ਕੰਡੀਸ਼ਨ ਖਰਾਬ ਕਰ ਦਿਓ, ਇਹ ਵੀ ਹਿਊਮਨ ਰਾਈਟ ਆ। ਤੁਸੀਂ ਇਹ ਸਾਰੀਆਂ ਗੱਲਾਂ ਕੀਤੀਆਂ ਗਈਆਂ। ਮੇਰਾ ਖਿਆਲ ਆ ਕਿ ਅਲਟੀਮੇਟਲੀ ਸਰਕਾਰ ਨੂੰ ਝੁਕਣਾ ਪਏਗਾ। ਅੱਧੀ ਕਿਤੇ ਝੁਕ ਗਈ ਆ, ਅੱਧੀ ਕਿਤੇ ਉਹਨਾਂ ਨੇ ਗੱਲਾਂ ਮੰਨੀਆਂ, 7 ਗੱਲਾਂ ਨੇ ਕੱਢ ਕੇ ਮੰਨ ਲਈਆਂ। ਕਿਉਂਕਿ ਝੁਕਣਾ ਵੀ ਪਏਗਾ, ਕਿਉਂਕਿ ਡਾਕਟਰ ਕਿਉਂਕਿ ਲਗਾਤਾਰ ਇਹ ਜੋ ਮੁੱਦਾ ਹੈ ਇਹ ਹੁਣ ਸਿਰਫ ਭਾਰਤ ਦਾ ਮੁੱਦਾ ਨਹੀਂ ਰਿਹਾ, ਇੱਕ ਪੰਜਾਬ ਦਾ ਜਾਂ ਹਰਿਆਣਾ ਦਾ ਇੱਕ ਸੂਬੇ ਦਾ ਮੁੱਦਾ ਨਹੀਂ ਰਿਹਾ, ਇਹ ਬਲਕਿ ਹੁਣ ਇਹ ਪੂਰਾ ਕੌਮਾਂਤਰੀ ਮੁੱਦਾ ਬਣ ਚੁੱਕਾ ਹੈ, ਇੰਟਰਨੈਸ਼ਨਲੀ ਮੁੱਦਾ ਬਣ ਚੁੱਕਾ ਹੈ। ਕਈ ਵੱਡੇ ਜਿਹੜੇ ਇੰਟਰਨੈਸ਼ਨਲ ਚੈਨਲਸ ਹੈਗੇ ਨੇ ਉਹ ਵੀ ਇਸ ਪੂਰੇ ਜਿਹੜੇ ਕਿਸਾਨਾਂ ਦੇ ਪ੍ਰਦਰਸ਼ਨਾਂ ਨੂੰ ਬਹੁਤ ਬਖੂਬੀ ਤਰ੍ਹਾਂ ਨਾਲ ਕਵਰੇਜ ਕਰ ਰਹੇ ਨੇ। ਔਰ ਜਿਵੇਂ ਤੁਸੀਂ ਦੱਸਿਆ ਕਿ ਯੂਐਨ ਤੱਕ ਵੀ ਇਹ ਮੁੱਦਾ ਪਹੁੰਚ ਚੁੱਕਿਆ, ਤਾਂ ਕਿਤੇ ਨਾ ਕਿਤੇ ਮੋਦੀ ਸਰਕਾਰ ਦੇ ਉੱਤੇ ਜਿਹੜੀ ਇੱਕ ਤਲਵਾਰ ਜ਼ਰੂਰ ਲਟਕ ਰਹੀ ਹੈ ਕਿ ਆਖਰ ਇਹਨਾਂ ਕਿਸਾਨਾਂ ਦਾ ਕਰੀਏ ਤਾਂ ਕੀ ਕਰੀਏ, ਕਿਉਂਕਿ ਜਿਹੜੇ 3 ਬਿੱਲ ਲਿਆਂਦੇ ਗਏ ਨੇ, 3 ਬਿੱਲਾਂ ਨੇ ਇਹ ਮੁਸੀਬਤ ਜ਼ਰੂਰ ਸਰਕਾਰ ਦੇ ਅੱਗੇ ਖੜੀ ਕਰ ਦਿੱਤੀ ਹੈ। ਪਰ ਦੂਜੇ ਪਾਸੇ ਜੇਕਰ ਕਿਸਾਨਾਂ ਦੀ ਹਾਲਤ ਬਾਰੇ ਗੱਲ ਕਰੀਏ ਤਾਂ ਸਚਦੇਵਾ ਸਾਹਿਬ ਮੈਂ ਚਾਹਾਂਗਾ ਕਿ ਕਾਨੂੰਨ ਦੀਆਂ ਜਿਹੜੀਆਂ ਬਰੀਕੀਆਂ ਨੇ ਉਹ ਤੁਸੀਂ ਸਾਨੂੰ ਇੱਕ ਵਾਰੀ ਫੇਰ ਸਮਝਾਓ, ਕਿਉਂਕਿ ਆਖਰ ਕਿਸਾਨ ਦੀ ਆਵਾਜ਼ ਕੀ ਕੋਈ ਸਰਕਾਰ ਸੁਣਦੀ ਹੈ ਜਾਂ ਨਹੀਂ, ਇਹ ਇੱਕ ਬਹੁਤ ਵੱਡਾ ਮਸਲਾ ਹੈ। ਕਿਉਂਕਿ ਕਿਸਾਨ ਨਾ ਤਾਂ ਪਹਿਲਾਂ ਜਦੋਂ ਕੇਂਦਰ ਦੀ ਸਰਕਾਰ ਸੀਗੀ, ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ, ਉਸ ਸਮੇਂ ਕੁਝ ਸੀ, ਅੱਜ ਜਦੋਂ ਭਾਜਪਾ ਦੀ ਸਰਕਾਰ ਆਈ ਹੈ ਤਾਂ ਵੀ ਕਿਸਾਨ ਜਿਹੜੇ ਖੁਸ਼ ਨਹੀਂ ਨੇ। ਤਾਂ ਸਵਾਲ ਇਹ ਉੱਠਦਾ ਹੈ ਕਿ ਆਖਰ ਕਿਸਾਨ ਜਾਏ ਤਾਂ ਜਾਏ ਕਿੱਥੇ? ਸਭ ਤੋਂ ਪਹਿਲੇ ਗੱਲ ਹਾਂਜੀ, ਪਹਿਲੀ ਗੱਲ ਤੇ ਹੈਗੀ ਸਾਡੇ ਅਸੀਂ ਆਪਣੇ ਆਪ ਨੂੰ ਐਜੂਕੇਟ ਕਿੰਨਾ ਕਰ ਰਹੇ ਹਾਂ, ਕਿਉਂਕਿ ਸਾਰੀ ਇਹ ਬਿੱਲ ਕੌਣ ਬਣਾ ਰਿਹਾ ਹੈ? ਬਿੱਲ ਬਣਾ ਰਿਹਾ ਸਰਕਾਰ ਦੇ ਸਰਕਾਰੀ ਮੁਲਾਜ਼ਮ, ਸਰਕਾਰ ਦੀ ਪੂਰਾ ਇੱਕ ਲੀਗਲ ਸਿਸਟਮ ਹੈ ਜੋ ਪੂਰੇ ਬਿੱਲ ਡਰਾਫਟ ਕਰਦਾ ਹੈ। ਤੇ ਇਹਨੂੰ ਰਿਪਰੈਜ਼ੈਂਟੇਸ਼ਨ ਜਿਵੇਂ ਸਾਡੇ ਕਿਸਾਨ ਜਿਹੜੀ ਐਸੋਸੀਏਸ਼ਨਸ ਹੈਗੀਆਂ ਨੇ ਉਹਨਾਂ ਦੀ ਤਰਫ ਤੋਂ ਪਿਛਲੇ 10 15 20 ਸਾਲਾਂ ਦੇ ਵਿੱਚ ਜੋ ਪ੍ਰੋਬਲਮ ਫੇਸ ਕਰ ਰਹੇ ਸਨ, ਜਿਵੇਂ ਡਾਕਟਰ ਸਾਹਿਬ ਨੇ ਕਾਫੀ ਬਿਆਨ ਕੀਤਾ ਕਿ ਸਾਡੇ ਇੰਡੀਅਨ ਕਿਸਾਨ ਯੂਨੀਅਨ ਦੇ ਵਿੱਚ ਜਿੰਨੇ ਵੀ ਰਿਪਰੈਜ਼ੈਂਟੇਟਿਵ ਹੈਗੇ ਨੇ ਉਹਨਾਂ ਨੇ ਆਪਣੀ ਪ੍ਰੋਬਲਮਸ ਨੂੰ ਸਰਕਾਰ ਦੇ ਨਾਲ ਪਿਛਲੇ 10 20 15 ਸਾਲਾਂ ਦੇ ਵਿੱਚ ਕੀ ਰਿਪਰੈਜ਼ੈਂਟੇਸ਼ਨ ਕੀਤੀ ਹੈ। ਉਸ ਰਿਪਰੈਜ਼ੈਂਟੇਸ਼ਨ ਦੇ ਬੇਸਿਸ ਤੇ ਅਗਰ ਇਹ ਬਿੱਲ ਬਣਿਆ ਕਿ ਨਹੀਂ ਬਣਿਆ, ਬਿੱਲ ਬਣਨ ਤੋਂ ਪਹਿਲੇ ਕੀ ਡੈਲੀਬਰੇਸ਼ਨਸ ਹੋਈਆਂ, ਕਿਹੜੀ ਯੂਨੀਅਨਸ ਤੋਂ ਡੈਲੀਬਰੇਸ਼ਨ ਹੋਈਆਂ, ਕਿਹੜੀ ਸਟੇਟਸ ਦੇ ਨਾਲ ਬੈਠ ਕੇ ਡਿਸਕਸ਼ਨ ਡੈਲੀਬਰੇਸ਼ਨ ਹੋਈਆਂ, ਅਗਰ ਉਹ ਹੋਈਆਂ ਸਨ ਤੇ ਬਿੱਲ ਏਦਾਂ ਦਾ ਕਿਉਂ ਆਇਆ, ਅਗਰ ਨਹੀਂ ਹੋਈਆਂ ਸਨ ਤੇ ਕਿਉਂ ਨਹੀਂ ਹੋਈਆਂ ਸਨ। ਤੇ ਇੱਥੇ ਕਿਤੇ ਨਾ ਕਿਤੇ ਦਿਖਦਾ ਹੈ ਕਿ ਸਾਡੀ ਐਜੂਕੇਸ਼ਨ ਲੈਵਲ ਸਾਡੇ ਧੜਿਆਂ ਦੇ ਵਿੱਚ ਘਟਦਾ ਜਾ ਰਿਹਾ ਹੈ। ਸਾਡੇ ਘਰ ਦੇ ਬੱਚੇ ਨਾ ਤੇ ਜਿੱਥੇ ਮੈਨੂੰ ਸਮਝ ਆਉਂਦੀ ਹੈ ਪੜ੍ਹ ਰਹੇ ਨੇ, ਅਗਰ ਪੜ੍ਹ ਰਹੇ ਨੇ ਤੇ ਉਹ ਕਿਸ ਲੈਵਲ ਤੱਕ ਪੜ੍ਹ ਰਹੇ ਨੇ, ਸਾਡੀ ਹੋਂਦ ਕਿਸ ਲੈਵਲ ਤੱਕ ਹੈਗੀ ਹੈ। ਅਸੀਂ ਐਡਮਿਨਿਸਟ੍ਰੇਸ਼ਨ ਵਿੱਚ ਨਹੀਂ ਦਿਖ ਰਹੇ, ਅਸੀਂ ਨਾ ਤੇ ਬਿਊਰੋਕ੍ਰੇਸੀ ਦੇ ਵਿੱਚ ਦਿਖ ਰਹੇ ਹਾਂ, ਤੇ ਇਸ ਤਰ੍ਹਾਂ ਦੇ ਐਕਟ ਫਿਰ ਸਾਡੇ ਤੇ ਥੋਪੇ ਜਾਣਗੇ। ਅੱਜ ਅਗਰ ਅਸੀਂ ਆਪਣੇ ਬੱਚੇ ਨੂੰ ਨਹੀਂ ਪੜਾਵਾਂਗੇ, ਅਸੀਂ ਅਗਰ ਨਾ ਤੇ ਕਾਰਪੋਰੇਟ ਦੇ ਵਿੱਚ ਅਸੀਂ ਦਿਖ ਰਹੇ ਹਾਂ, ਨਾ ਬਿਊਰੋਕ੍ਰੇਸੀ ਦੇ ਅੰਦਰ ਦਿਖ ਰਹੇ ਹਾਂ, ਤੇ ਇਸ ਤਰ੍ਹਾਂ ਦੇ ਐਕਟ ਅੱਜ ਬਣਦੇ ਆ ਰਹੇ ਨੇ ਤੇ ਅੱਗੇ ਬਣਦੇ ਰਹਿਣਗੇ। ਠੀਕ ਹੈ, ਇੱਕ ਆਖਰੀ ਸਵਾਲ ਮੈਂ ਜ਼ਰੂਰ ਡਾਕਟਰ ਸਾਹਿਬ ਤੁਹਾਡੇ ਤੋਂ ਕਰਨਾ ਚਾਹਾਂਗਾ, ਕਿਉਂਕਿ ਪਾਰਟੀਆਂ ਲਈ ਤਾਂ ਇੱਕ ਬੜਾ ਵਧੀਆ ਮੌਕਾ ਹੈ, ਕਿਉਂਕਿ ਸਾਲ 2022 ਦੀਆਂ ਚੋਣਾਂ ਸਮੇਂ ਵੱਖ-ਵੱਖ ਪਾਰਟੀਆਂ ਨੂੰ ਮੁੱਦੇ ਵੀ ਚਾਹੀਦੇ ਹੋਣਗੇ ਤੇ ਨਾਲ ਹੀ ਇਹ ਦੱਸਣ ਦਾ ਮੌਕਾ ਵੀ ਚਾਹੀਦਾ ਹੋਏਗਾ ਕਿ ਜਦੋਂ ਕਿਸਾਨਾਂ ਦਾ 2020 ਵਿੱਚ ਸੰਘਰਸ਼ ਹੋਇਆ ਸੀ ਤਾਂ ਮੈਂ ਵੀ ਕਿਸਾਨ ਦੇ ਨਾਲ ਹੱਥ ਜੋੜ ਕੇ ਖੜਾ ਸੀਗਾ, ਮੋਢੇ ਨਾਲ ਮੋਢਾ ਮਿਲਾ ਕੇ ਖੜਾ ਸੀਗਾ। ਤੁਹਾਨੂੰ ਲੱਗਦਾ ਹੈ ਕਿ ਇਹ ਹੁਣ ਜਿਹੜਾ ਮੁੱਦਾ ਹੈਗਾ, ਮੁੱਦਾ ਨਾ ਰਹਿ ਕੇ ਇੱਕ ਸਿਆਸੀ ਇੱਕ ਹਾਵੀ ਹੁੰਦਾ ਜਾ ਰਿਹਾ, ਸਿਆਸਤ ਤੇ ਹਾਵੀ ਹੁੰਦਾ ਜਾ ਰਿਹਾ, ਤਾਂ ਜੋ ਵੱਖ-ਵੱਖ ਜਿਹੜੀਆਂ ਸਰਕਾਰਾਂ ਬੈਠੀਆਂ ਨੇ ਵੱਖ-ਵੱਖ ਸੂਬਿਆਂ ਵਿੱਚ, ਜਾਂ ਫਿਰ ਕਹਿ ਲਓ ਕਿ ਵੱਖ-ਵੱਖ ਜਿਹੜੀਆਂ ਪਾਰਟੀਆਂ ਨੇ ਜੋ ਕਿ ਹੁਕੂਮਤ ਵਿੱਚ ਆਉਣਾ ਚਾਹੁੰਦੀਆਂ ਨੇ, ਉਹਨਾਂ ਨੂੰ ਇੱਕ ਬੜਾ ਵਧੀਆ ਮੌਕਾ ਹੱਥ ਲੱਗ ਗਿਆ। ਬਿਲਕੁਲ ਤੁਹਾਡੀ ਗੱਲ ਸਹੀ ਆ, ਔਰ ਇਹੀ ਚੀਜ਼ ਕਿਸਾਨ ਯੂਨੀਅਨ ਵਾਲਿਆਂ ਨੇ ਰੀਅਲਾਈਜ਼ ਕੀਤੀ ਆ। ਉਹਨਾਂ ਨੇ ਕਿਹਾ ਵੀ ਕਿਸੇ ਪਾਰਟੀ ਨੂੰ ਅਸੀਂ ਆਪਣੀ ਸਟੇਜ ਤੇ ਨਹੀਂ ਬੋਲਣ ਦੇਣਾ। ਉਹਨਾਂ ਨੇ ਨਿਊਟਰਲ ਰੱਖਿਆ, ਪੋਲਿਟਿਕਸ ਤੋਂ ਨਿਊਟਰਲ ਰੱਖਿਆ, ਤਾਂ ਕਿ ਕੋਈ ਰਿਲੀਜਨ ਤੋਂ ਨਿਊਟਰਲ ਰੱਖਿਆ, ਉਹਨਾਂ ਨੇ ਰੀਜਨ ਤੋਂ ਨਿਊਟਰਲ ਰੱਖਿਆ ਉਹਨਾਂ ਨੇ। ਔਰ ਇਹ ਉਹਨਾਂ ਨੇ, ਮੈਂ ਕਹੂੰਗਾ ਬਹੁਤ ਵਧੀਆ ਉਹਨਾਂ ਨੇ ਇਹ ਕੰਮ ਕੀਤਾ, ਲੀਡਰਸ਼ਿਪ ਬਹੁਤ ਅੱਛੀ ਆ। ਜਿਹੜਾ ਤੁਸੀਂ ਗੱਲ ਕਰਦੇ ਆ ਕਿ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ, ਇਸ ਵੇਲੇ ਸਾਰੀਆਂ ਪਾਰਟੀਆਂ ਭੱਜ ਰਹੀਆਂ ਨੇ, ਰੇਸ ਲੱਗੀ ਹੋਈ ਆ ਕ੍ਰੈਡਿਟ ਲੈਣ ਦੀ ਕਿ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਕਿਸਾਨਾਂ ਦੇ ਨਾਲ ਆ, ਭਾਵੇਂ ਅੰਦਰ ਬਹਿ ਕੇ ਉਹ ਕਿਸਾਨਾਂ ਦੇ ਉਲਟ ਹੋਏ ਹੋਣ, ਜਿੱਦਾਂ ਅਕਾਲੀ ਪਾਰਟੀ ਭਾਵੇਂ ਉਹਨਾਂ ਦੇ ਹਰਸਿਮਰਤ ਕੌਰ ਦੀ ਪੁਰਾਣੀ ਕੋਈ ਤੁਸੀਂ ਪੜ੍ਹੋ, ਉਹਨੇ ਆਣ ਕੇ ਜਦੋਂ ਬਿੱਲ ਪਾਸ ਹੋਏ ਨੇ ਉਹਨੇ ਜਸਟੀਫਾਈ ਕਰਨ ਵਾਸਤੇ ਇੱਕ ਵੀਡੀਓ ਦਿੱਤੀ, ਜਿਹੜੀ ਮੈਂ ਅੱਜ ਸਵੇਰੇ ਦੇਖੀ ਆ। ਉਹਦੇ ਵਿੱਚ ਸਾਰੀ ਇਹ ਜਸਟੀਫਾਈ ਕਰੀ ਗਵਰਨਮੈਂਟ ਨੇ ਵਧੀਆ ਲਿਆਂਦੇ ਆ, ਮਗਰੋਂ ਉਹਨਾਂ ਨੂੰ ਰਿਜ਼ਾਈਨ ਕਰਨਾ ਪੈ ਗਿਆ। ਹੁਣ ਉਹਨਾਂ ਦੇ ਪੈਰ ਨਹੀਂ ਲੱਗ ਰਹੇ ਕਿਉਂਕਿ ਐਕਸੈਪਟ ਨਹੀਂ ਕਰ ਰਹੇ ਲੋਕੀ। ਇਸੇ ਤਰ੍ਹਾਂ ਆਪ ਪਾਰਟੀ ਪੰਜਾਬ ਵਿੱਚ ਗਈ ਆ, ਉਹਨਾਂ ਨੇ ਜੋ ਉੱਥੇ ਪਾਇਆ ਆਪਣਾ ਖਲਾਰਾ, ਉਹਦੇ ਤੇ ਲੋਕੀ ਫੇਰ ਉਹਨਾਂ ਦੇ ਅਗੇਂਸਟ ਹੋ ਗਏ, ਉਹ ਆਪਣਾ ਤਲਾਸ਼ ਕਰ ਰਹੇ ਨੇ ਆਪਣੀ ਫੁਟਿੰਗ ਵਾਸਤੇ। ਕਾਂਗਰਸ ਪਾਰਟੀ ਪਾਵਰ ਦੇ ਵਿੱਚ ਹੈਗੀ ਆ, ਕਾਂਗਰਸ ਪਾਰਟੀ ਦੀ ਹਮਦਰਦੀ ਇਹਨਾਂ ਨਾਲ ਹੈਗੀ ਆ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਦੇਖੋ 2 ਮਹੀਨੇ ਹੋ ਗਏ ਪੰਜਾਬ ਵਿੱਚ ਇਹ ਚੱਲਦਾ ਰਿਹਾ ਰੌਲਾ, ਕਿਸੇ ਨੂੰ ਫੜਿਆ ਨਹੀਂ ਗਿਆ, ਕਿਸੇ ਨੂੰ ਕੁਝ ਨਹੀਂ ਕੀਤਾ। ਇਹਦਾ ਮਤਲਬ ਕਾਂਗਰਸ ਵੀ ਇਨਡਾਇਰੈਕਟਲੀ ਕਹਿ ਲਓ ਸਪੋਰਟ ਤੇ ਕਰ ਹੀ ਰਹੀ ਹੈ ਨਾ। ਜਿਹੜੀਆਂ ਹੁਣ ਜਿੰਨੀਆਂ 40 50 ਸਾਡੀਆਂ
ਪਾਰਟੀਆਂ ਹੈਗੀਆਂ ਆਪੋਜੀਸ਼ਨ ਵਾਲੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਨੇ। ਹੁਣ ਕੋਵਿਡ ਉਹਨਾਂ ਨੂੰ ਮਿਲ ਕੇ ਆਏ ਨੇ, ਆਪਣਾ ਪ੍ਰੈਜ਼ੀਡੈਂਟ ਨੂੰ ਮਿਲ ਕੇ ਆਏ ਨੇ, ਰਿਪਰੈਜ਼ੈਂਟੇਸ਼ਨ ਕਰਕੇ ਆਏ, ਐਕਟਿਵ ਤਾਂ ਹੋਏ ਆ। ਇਸੇ ਤਰ੍ਹਾਂ ਬੀਜੇਪੀ ਐਕਟਿਵ ਆ। ਅੱਜ ਬੰਗਾਲ ਦੇ ਵਿੱਚ ਖਬਰ ਆਈ ਆ ਕਿ ਨੱਡਾ ਸਾਹਿਬ ਦੀ ਕਾਰ ਦੇ ਉੱਤੇ ਅਟੈਕ ਹੋ ਗਿਆ। ਪੰਜਾਬ ਦੇ ਵਿੱਚ ਉਹਨਾਂ ਦਾ ਬੇਸ ਹੈ ਨਹੀਂ, ਪਿੰਡਾਂ ਦੇ ਵਿੱਚ ਹੁਣ ਉਹ ਨਵੇਂ ਆਫਿਸਿਸ ਖੋਲ ਰਹੇ ਨੇ, ਅਗਰੈਸਿਵ ਚੱਲ ਰਹੇ ਨੇ ਸਾਰੇ ਇਨ ਵਿਊ ਆਫ ਦੀ ਕਮਿੰਗ ਇਲੈਕਸ਼ਨ 24 ਦੇ ਵਿੱਚ ਹੋਣੀਆਂ, ਵੈਸੇ ਸੈਂਟਰ ਦੀਆਂ, ਪੰਜਾਬ ਦੀਆਂ 22 ਚ ਹੋਣੀਆਂ। ਇਸ ਕਰਕੇ ਇਹ ਰੇਸ ਲੱਗੀ ਹੋਈ, ਹਰ ਕੋਈ ਇਸ ਚੀਜ਼ ਨੂੰ ਕੈਸ਼ ਕਰਨਾ ਚਾਹੁੰਦਾ, ਪਰ ਕਿਸਾਨ ਚਾਹੁੰਦਾ ਨਹੀਂ, ਸਾਨੂੰ ਤੁਸੀਂ ਹੱਕ ਲੈ ਕੇ ਦਿਓ, ਸਾਨੂੰ ਹੱਕਾਂ ਦੀ ਲੜਾਈ ਆ, ਸਾਡੀ ਪੋਲਿਟਿਕਸ ਦੇ ਨਾਲ ਕੋਈ ਲੜਾਈ ਨਹੀਂ ਹੈਗੀ। ਉਹ ਤਾਂ ਕਹਿੰਦੇ ਆ ਕਾਨੂੰਨ ਵਾਪਸ ਕਰ ਦਿਓ, ਅਸੀਂ ਘਰ ਚਲੇ ਜਾਣੇ, ਸਾਨੂੰ ਐਸਾ ਕੀ ਲੈਣਾ ਦੇਣਾ ਪੋਲਿਟਿਕਸ ਦੇ ਵਿੱਚੋਂ। ਸਿੰਪਲ ਗੱਲ ਇਹ ਆ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਸਾਰੇ ਰੇਸ ਲੱਗੀ ਆ ਇਸ ਵੇਲੇ। बिल्कुल। अच्छा, मैं बहुत बहुत शुक्रिया अदा करना चाहांगा डॉक्टर दलजीत सिंह विर्क साहब और एडवोकेट कुलजीत सिंह सरदेवा साहब, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਆਪਣਾ ਸਾਨੂੰ ਕੀਮਤੀ ਸਮਾਂ ਦੇਣ ਦੇ ਲਈ, ਆਪਣਾ ਨਜ਼ਰੀਆ ਇਸ ਖਾਸ ਮੁੱਦੇ ਤੇ ਰੱਖਣ ਦੇ ਲਈ। ਜੀ सरदेवा साहब, कुछ कहना चाह रहे हो? मैं कंक्लूजन एक्चुअली थोड़ी डिस्टर्बेंस वॉइस की काफी रही है। ਇਹ ਜੋ ਮੌਜੂਦਾ ਬਿੱਲ ਹੈਗਾ ਇਹ ਸਿਰਫ ਫਾਰਮਰ ਦੇ ਅਗੇਂਸਟ ਨਹੀਂ ਹੈਗਾ, ਪੂਰੀ ਕਮਿਊਨਿਟੀ ਇੰਡੀਆ ਦੀ ਅਪਰੋਕਸੀਮੇਟਲੀ 90% ਪੋਪੂਲੇਸ਼ਨ ਦੇ ਅਗੇਂਸਟ ਇਹ ਬਿੱਲ ਹੈਗਾ। ਇਹਦਾ ਸਿੰਪਲ ਐਗਜ਼ਾਮਪਲ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਅਸੀਂ ਜੋ ਵੀ ਆਨਲਾਈਨ ਆਫਲਾਈਨ ਸ਼ਾਪਿੰਗ ਕਰਦੇ ਆ ਰਹੇ, ਪਹਿਲੇ ਹਮੇਸ਼ਾ ਆਫਰ ਹੁੰਦੀ ਹੈ, ਇੱਕ ਸਕੀਮ ਸਾਨੂੰ ਆਫਰ ਹੁੰਦੀ ਹੈ, ਬਟ ਜਿਵੇਂ ਜਿਵੇਂ ਕੰਪਨੀ ਇੱਕ ਮੋਨੋਪੋਲੀ, ਕੰਪਨੀ ਦੀ ਪ੍ਰੋਡਕਟ ਦੀ ਮੋਨੋਪੋਲੀ ਬਣ ਜਾਂਦੀ, ਆਫਰਸ ਖਤਮ ਹੋ ਜਾਂਦੀਆਂ ਨੇ। ਤੁਸੀਂ ਸਿੰਪਲ ਐਗਜ਼ਾਮਪਲ ਹੋ, BSNL ਜਦੋਂ ਆਇਆ ਸੀਗਾ ਤੇ BSNL ਪੂਰੀ ਇੰਡੀਆ ਦੇ ਵਿੱਚ ਉਹਦੇ ਨੈਟਵਰਕਿੰਗ ਹੈਗੇ ਨਾ, BSNL ਜ਼ੀਰੋ ਹੋ ਚੁੱਕਾ ਹੈ। ਇੱਕ ਪ੍ਰਾਈਵੇਟ ਕੰਪਨੀ ਨੇ ਪਿਛਲੇ 3 ਸਾਲਾਂ ਦੇ ਵਿੱਚ ਆਪਣੀ ਇੱਕ ਸਟੇਕ ਕ੍ਰੀਏਟ ਕਰ ਲਈ ਜੋ 30-35% ਦੀ ਇੰਡੀਪੈਂਡੈਂਟ ਸਟੇਕ ਹੈਗੀ ਹੈ। ਇਸ ਤਰ੍ਹਾਂ ਹੀ ਹੋਰ ਕਈ ਸਾਰੇ ਐਗਜ਼ਾਮਪਲਸ ਹੈਗੇ ਨੇ, ਬਟ ਸਾਡਾ 80% ਪੋਪੂਲੇਸ਼ਨ ਜਿਹੜੀ ਹੈਗੀ ਹੈ ਐਗਰੀ ਤੇ ਡਿਪੈਂਡ ਕਰਦੀ ਹੈ। ਅਗਰ ਐਗਰੀਕਲਚਰ ਪ੍ਰਾਈਵੇਟਾਈਜੇਸ਼ਨ ਹੋ ਜਾਂਦਾ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਬੜੀਆਂ ਪ੍ਰੋਬਲਮਸ ਆਉਣਗੀਆਂ ਇੰਡੀਅਨ ਇਕਨੋਮੀ ਨੂੰ ਵੀ ਔਰ ਹਰ ਇੰਡੀਵਿਜੂਅਲ ਨੂੰ ਪ੍ਰੋਬਲਮਸ ਆਉਣਗੀਆਂ। ਸਾਡੀ ਪਰ ਕੈਪੀਟਾ ਇਨਕਮ ਡੇ ਬਾਈ ਡੇ ਘਟਦੀ ਜਾ ਰਹੀ ਹੈ, ਇੰਡੀਵਿਜੂਅਲ ਇਨਕਮ ਘਟਦੀ ਜਾ ਰਹੀ ਹੈ ਤੇ ਪੂਰਾ ਦਾ ਪੂਰਾ ਇਫੈਕਟ ਇੰਡੀਵਿਜੂਅਲ ਪਾਕਟ ਦੇ ਉੱਪਰ ਜਾਏਗਾ। ਅੱਜ ਮੇਰੀ ਬਾਰਗੇਨਿੰਗ ਪਾਵਰ ਹੈਗੀ ਹੈ, ਮੈਂ ਹੌਕਰ ਸ਼ਾਪ ਤੇ ਜਾ ਕੇ ਬਾਰਗੇਨ ਕਰਦਾ ਕਿ ਮੈਂ ਆਲੂ 20 ਰੁਪਏ 30-25 ਰੁਪਏ ਕਿਲੋ ਲੈਣੇ ਨੇ, ਬਟ ਆਈਓ ਜਦੋਂ ਗਰੋਸਰੀ ਸਟੋਰ ਦੇ ਵਿੱਚ ਜਦੋਂ ਇਹ ਵੈਜੀਟੇਬਲਸ ਵਿਕਣਗੀਆਂ ਤੇ ਮੇਰੀ ਬਾਰਗੇਨਿੰਗ ਪਾਵਰ ਖਤਮ ਹੋ ਜਾਏਗੀ ਤੇ ਮੇਰੀ ਇਨਕਮ ਆਲਰੇਡੀ ਸਟੈਗਨੈਂਟ ਹੋ ਚੁੱਕੀ ਹੈ ਤੇ ਬਾਰਗੇਨਿੰਗ ਪਾਵਰ ਵੀ ਜ਼ੀਰੋ ਹੋ ਜਾਏਗੀ ਤੇ ਆਉਣ ਵਾਲਾ ਟਾਈਮ ਬੜਾ ਟਫ ਆਉਣ ਵਾਲਾ ਹੈ ਇੰਡੀਅਨ ਇਕਨੋਮੀ ਵਾਸਤੇ। ਅਗਰ ਜਿਹੜੀ ਸਚਦੇਵਾ ਸਾਹਿਬ ਨੇ ਗੱਲ ਕੀਤੀ ਹੈ, ਮੈਂ ਇਹੀ ਗੱਲ ਕਰਨੀ ਚਾਹੁੰਦੀ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਹ ਸਿਰਫ ਕਿਸਾਨ ਨਹੀਂ, ਇਹ ਸਾਰਾ ਜਨ ਸਧਾਰਨ ਸਾਰਾ ਇਹਦੇ ਨਾਲ ਅਫੈਕਟਡ ਹੈ, ਸਾਰੇ ਇਸੇ ਕਰਕੇ ਅਪਰਾਈਜ਼ਿੰਗ ਹੋ ਚੁੱਕੀ ਹੈ। ਦੂਜੀ ਗੱਲ ਤੁਸੀਂ ਡਾਇਵਰਸੀਫਿਕੇਸ਼ਨ ਦੀ ਕੀਤੀ ਸੀ, ਮਿਨੀਮਮ ਪ੍ਰਾਈਸ ਦੀ ਗੱਲ ਕੀਤੀ ਸੀ, ਇਹ ਤਾਂ ਮਿਨੀਮਮ ਪ੍ਰਾਈਸ ਆ, ਮੈਕਸਿਮਮ ਨਹੀਂ ਹੈਗੀ। ਮੈਕਸਿਮਮ ਰਿਟੇਲ ਪ੍ਰਾਈਸ ਦੇ ਬਰਾਬਰ ਨਹੀਂ, ਮਿਨੀਮਮ ਪ੍ਰਾਈਸ ਆ। ਇਹ ਕਿਸਾਨਾਂ ਨੂੰ ਮਿਲਣੀ ਚਾਹੀਦੀ ਆ। ਜੇ ਹਰ ਕ੍ਰੌਪ ਦੀ ਮਿਲੇ, ਜਿੱਦਾਂ ਹੁਣ ਮਕਈ ਆ, ਹੁਣ ਪੰਜਾਬ ਦੇ ਵਿੱਚ ਉਹਦੀ 1800 1850 ਉਹਦੀ ਮਿਨੀਮਮ ਪ੍ਰਾਈਸ ਗਵਰਨਮੈਂਟ ਨੇ ਫਿਕਸ ਕੀਤੀ ਆ, ਪਰ ਉਹ ਵਿਕ ਰਹੀ ਆ 1000 ਰੁਪਏ 600 ਰੁਪਏ 700 ਰੁਪਏ। ਇਹਦਾ ਮਤਲਬ ਕਿਸਾਨ ਜਿਹੜਾ MSP ਦਾ ਐਕਟ ਦੇ ਹੈ ਨਹੀਂਗਾ, ਦਿਸ ਇਜ਼ ਇਹ ਜਸਟ ਕਹਿ ਲਓ ਲਾਅ ਨਹੀਂ ਹੈਗਾ, ਬਟ ਇਹ ਰਾਈਟਿੰਗ ਦੇ ਵਿੱਚ ਆਰਡਰ ਹੈਗਾ, ਐਡਮਿਨਿਸਟ੍ਰੇਟਿਵ ਆਰਡਰ ਕਹਿ ਲਓ। ਇਹਦੇ ਵਿੱਚ ਇਹ ਸੀਗਾ ਕਿ ਕਿਸਾਨ ਦਾ ਫਾਇਦਾ ਕਰਦੇ ਹੋਏ ਜੇ ਉਹਨੂੰ ਕਿਸਾਨ ਨੂੰ ਕੀਮਤ ਬਰਾਬਰ ਨਹੀਂ ਮਿਲਦੀ ਮਿਨੀਮਮ ਪ੍ਰਾਈਸ ਤੱਕ, ਤੇ ਉਹਦਾ ਜਿਹੜਾ ਡਿਫਰੈਂਸ ਆ ਉਹ ਗਵਰਨਮੈਂਟ ਪ੍ਰੋਕਿਓਰ ਕਰਕੇ ਤੇ ਉਹ ਡਿਫਰੈਂਸ ਗਵਰਨਮੈਂਟ ਉਹਨੂੰ ਦਊਗੀ। ਦੈਟਸ ਦੀ ਅੰਡਰਸਟੈਂਡਿੰਗ। ਹੁਣ ਇਹ ਸਿਰਫ ਦਿੱਤਾ ਜਾ ਰਿਹਾ 2 ਕ੍ਰਾਪਸ ਵਿੱਚ, 23 ਕ੍ਰਾਪਾਂ ਲਿਸਟਡ ਆ, 23 ਕ੍ਰਾਪਸ ਲਿਸਟਡ ਆ MSP ਦੇ ਵਿੱਚ। 2 ਕ੍ਰਾਪਸ ਉਹ ਵੀ ਰਾਈਸ ਤੇ ਵੀਟ ਆ, ਕਿਤੇ ਕਿਤੇ ਕਾਟਨ ਨੂੰ, ਕਿਤੇ ਕਿਤੇ ਬਾਜਰਾ ਨੂੰ, ਵੱਖ-ਵੱਖ ਥਾਵਾਂ ਤੇ। ਔਰ ਇਹ ਜਿਹੜੀ MSP ਹੈ ਇਹਦੀ ਅੰਡਰਸਟੈਂਡਿੰਗ ਹੈਗੀ ਆ ਥਰੂ ਆਊਟ ਇੰਡੀਆ ਹੋਣੀ ਚਾਹੀਦੀ ਆ 23 ਕ੍ਰਾਪਸ ਦੇ ਵਿੱਚ, ਪਰ ਇਹ ਸਿਰਫ ਪੰਜਾਬ ਦੇ ਵਿੱਚ 2 ਕ੍ਰਾਪਸ ਤੇ ਹੋ ਰਹੀ ਆ, ਕਿਤੇ ਕਿਤੇ ਕਾਟਨ ਤੇ ਹੋ ਰਹੀ ਆ। ਔਰ ਇਹ ਇਸ ਕਰਕੇ ਲੋਕੀ ਸਾਰੇ ਹੀ ਇਹਦੇ ਨਾਲ ਅਫੈਕਟਡ ਨੇ। ਜੇ ਗਵਰਨਮੈਂਟ ਨੇ ਕੀਤਾ ਤੇ ਇਹਨੂੰ ਲਾਅ ਕਿਉਂ ਨਹੀਂ ਬਣਾਉਂਦੀ, ਇਹਨੂੰ ਐਕਟ ਕਿਉਂ ਨਹੀਂ ਬਣਾਉਂਦੇ ਕਿ ਇਹ ਐਕਟ ਆ ਔਰ ਮਿਨੀਮਮ ਜਿਹੜੀ ਲੋੜ ਆ ਕਿਸਾਨ ਦੀ ਪੂਰੀ ਕੀਤੀ ਜਾਊਗੀ। ਮਿਨੀਮਮ ਪ੍ਰਾਈਸ ਆ, ਇਹ ਤੋਂ ਵੱਧ ਜਿਹੜਾ ਪ੍ਰਾਈਵੇਟ ਦਿੰਦਾ ਆ ਜੇ ਦੇ ਦੇਵੇ, ਹਾਊ ਡਜ਼ ਇਟ ਮੈਟਰ। ਪਰ ਇਹ ਮਿਨੀਮਮ ਹੈ, ਜਿੱਦਾਂ ਹਰ ਚੀਜ਼ ਦੀ ਆਪਾਂ ਮਿਨੀਮਮ ਪ੍ਰਾਈਸ ਹੁੰਦੇ ਪਿਆ ਤੋਂ ਥੱਲੇ ਬੋਲੀ ਲੱਗਦੀ ਆ, ਬੋਲੀ ਤੋਂ ਥੱਲੇ ਨਹੀਂ ਜਾ ਸਕਦੇ ਤੁਸੀਂ। ਏਦਾਂ ਆ ਬੋਲੀ ਤੁਸੀਂ ਉਹ ਮਿਨੀਮਮ ਪ੍ਰਾਈਸ ਆਧਾਰਿਤ ਕਰਤੀ ਗਵਰਨਮੈਂਟ ਨੇ ਕੁਝ ਪੈਰਾਮੀਟਰਸ ਦੇ ਬੇਸ ਤੇ, ਵੀ ਇੰਨੀ ਕਾਸਟ ਆਉਂਦੀ ਪ੍ਰੋਡਕਸ਼ਨ ਦੀ, ਆ ਆਉਂਦੀ, ਉਹਦੇ ਬੇਸ ਤੇ ਜੋ ਵੀ ਫਾਰਮੂਲਾ ਪਲੱਸ 50% ਐਕਸਟਰਾ ਲਾ ਦਿਓ ਤੇ ਉਹ ਕਰਕੇ ਆ ਮਿਨੀਮਮ ਆ। ਇਹ ਤੋਂ ਘੱਟ ਨਹੀਂ ਵਿਕ ਸਕਦੀ। ਜੇ ਘੱਟ ਨਹੀਂ ਵਿਕੂਗੀ ਤੇ ਹੁਣ 4500 ਰੁਪਏ ਮੂੰਗੀ ਵਿਕ ਰਹੀ ਆ, ਜੇ ਤੁਸੀਂ ਕਿਸਾਨ ਵੇਚਦਾ ਤੇ ਉਹਦੀ 1000 ਵਿਕਦੀ ਆ। ਜੇ ਉਹਨੂੰ 4500 ਮਿਲੇ ਤੇ ਉਹ ਝੋਨਾ ਕਿਉਂ ਬੀਜੂਗਾ ਜਿਹੜਾ 1850 ਨੂੰ ਜਾ ਰਿਹਾ? ਸਿੱਧੀ ਡਾਈਵਰਸਿਫਿਕੇਸ਼ਨ ਹੈ। ਜੇ ਉਹਨੂੰ ਪ੍ਰਾਈਸ ਮਿਲ ਜਾਵੇ, ਜਿਹੜੀ ਗਵਰਨਮੈਂਟ ਕਹਿ ਰਹੀ ਹੈ ਇਹਨੂੰ ਜੇ ਕਾਨੂੰਨ ਬਣਾ ਦੇ, ਐਕਟ ਬਣਾ ਦੇ, ਤੇ ਮੈਂ ਕਹਿੰਦਾ ਕਿਸਾਨਾਂ ਨੂੰ ਕੋਈ ਖੁਸ਼ਹਾਲ ਹੋ ਜਾਣਗੇ ਉਸੇ ਵੇਲੇ।
ਜੇ ਉਹਨਾਂ ਨੂੰ ਪ੍ਰਾਈਸ ਮਿਲ ਜਾਵੇ ਤੇ ਉਹ ਜੀ। ਡਾਈਵਰਸਿਫਿਕੇਸ਼ਨ ਉਸੇ ਵੇਲੇ ਹੋ ਜਾਏਗੀ। ਜੋ ਪ੍ਰੋਬਲਮ ਸਾਡੀ ਮੋਨੋਕ੍ਰੋਪਿੰਗ ਦੀ ਪੰਜਾਬ ਚ ਆ ਰਹੀ ਹੈ ਉਹ ਇਸੇ ਕਰਕੇ ਡਾਕਟਰ ਸਾਹਿਬ ਮੈਂ ਕਿਹਾ ਸੀਗਾ ਕਿ ਕਿਸਾਨ ਦੇ ਬਾਰੇ ਜਦੋਂ ਵੀ ਕਿਸਾਨ ਦੀਆਂ ਗੱਲਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਉਹ ਮਾਯੂਸ ਹਮੇਸ਼ਾ ਰਹਿੰਦਾ ਹੈ। ਕਿਸਾਨਾਂ ਦਾ ਜਿਹੜਾ ਚਿਹਰਾ ਹੈਗਾ ਹਮੇਸ਼ਾ ਸਾਨੂੰ ਮਾਯੂਸੀ ਦੇ ਆਲਮ ਵਿੱਚ ਹੀ ਢਕਿਆ ਹੋਇਆ ਵਿਖਾਈ ਦਿੰਦਾ ਹੈ। ਤਾਂ ਹੀ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਆਤਮ ਹੱਤਿਆ ਕਰਨ ਲਈ ਮਜਬੂਰ ਹੁੰਦੇ ਨੇ, ਔਰ ਜਿਹੜਾ ਆਤਮ ਹੱਤਿਆ ਦਾ ਆંકੜਾ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਇਹ ਸਰਕਾਰਾਂ ਨੂੰ ਸੋਚਣ ਲਈ ਮਜਬੂਰ ਹੋਣਾ ਚਾਹੀਦਾ, ਆਮ ਲੋਕਾਂ ਨੂੰ ਸੋਚਣ ਲਈ ਮਜਬੂਰ ਹੋਣਾ ਚਾਹੀਦਾ। ਸੋ ਇੱਥੇ ਮੈਂ ਬਹੁਤ-ਬਹੁਤ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਐਡਵੋਕੇਟ ਕੁਲਜੀਤ ਸਿੰਘ ਸਚਦੇਵਾ ਸਾਹਿਬ, ਡਾਕਟਰ ਦਲਜੀਤ ਸਿੰਘ ਵੀਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਇਸ ਪੂਰੇ ਮੁੱਦੇ ਤੇ ਖੁੱਲ ਕੇ ਜਿਹੜੀਆਂ ਸਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੇ ਨੇ, ਬਹੁਤ-ਬਹੁਤ ਸ਼ੁਕਰੀਆ। ਸੋ ਅਸੀਂ ਕਿਸਾਨਾਂ ਦੀ ਜਦੋਂ ਜਿਣਸ ਦੇ ਮੁੱਲ ਦੀ ਗੱਲ ਕਰਦੇ ਹਾਂ ਤਾਂ ਇਹ ਭੁੱਲ ਜਾਂਦੇ ਹਾਂ ਕਿ ਜੋ ਕੀਮਤ ਉਸ ਕਿਸਾਨ ਨੂੰ ਮਿਲੇਗੀ ਉਹ ਕੀਮਤ ਹੀ ਉਸ ਲਈ ਰੱਬ ਹੈ। ਉਸ ਕੀਮਤ ਦੇ ਨਾਲ ਨਾ ਸਿਰਫ ਉਸ ਕਿਸਾਨ ਦਾ ਘਰ ਚੱਲਣਾ ਬਲਕਿ ਉਸਦੇ ਬੱਚਿਆਂ ਨੇ ਉਚੇਰੀ ਸਿੱਖਿਆ ਵੀ ਹਾਸਲ ਕਰਨੀ ਹੈ। ਕਿਉਂਕਿ ਲੋਕ ਇਹ ਭੁੱਲ ਜਾਂਦੇ ਨੇ ਕਿ ਜਿਹੜਾ ਕਿਸਾਨ ਅੱਜ ਗਰਮੀ ਵਿੱਚ ਤਪ ਕੇ ਫਸਲ ਤਿਆਰ ਕਰਦਾ ਹੈ, ਕੜੀ ਸਰਦੀ ਵਿੱਚ ਧੁੰਦਾਂ ਵਿੱਚ ਖੜ ਕੇ ਆਪਣੀਆਂ ਫਸਲਾਂ ਤਿਆਰ ਕਰਦਾ ਹੈ, ਉਸੇ ਫਸਲ ਨੇ ਆਮ ਆਦਮੀ ਦਾ ਢਿੱਡ ਭਰਨਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਬੜੇ ਹੀ ਖੁਦਗਰਜ਼ ਹੋ ਚੁੱਕੇ ਹਾਂ, ਸਿਰਫ ਸੋਚਦੇ ਹਾਂ ਤਾਂ ਆਪਣੇ ਬਾਰੇ, ਆਪਣੇ ਬੱਚਿਆਂ ਬਾਰੇ, ਪਰ ਜਿਹੜਾ ਸ਼ਖਸ ਸੜਕਾਂ ਤੇ ਆਪਣੇ ਬੱਚਿਆਂ ਦੇ ਨਾਲ, ਆਪਣੇ ਬਜ਼ੁਰਗ ਮਾਪਿਆਂ ਦੇ ਨਾਲ, ਮਾਂ-ਭੈਣਾਂ ਦੇ ਨਾਲ ਸਰਕਾਰ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਿਆਂ ਡੰਡੇ ਖਾ ਰਿਹਾ ਹੈ, ਪਾਣੀਆਂ ਦੀਆਂ ਬੌਛਾਰਾਂ ਛਾ ਰਿਹਾ ਹੈ, ਉਹਨਾਂ ਦੇ ਹੱਕਾਂ ਦੀ ਆਵਾਜ਼ ਚੁੱਕਣ ਵਾਲਾ ਤਾਂ ਘਰ ਵਿੱਚ, ਦਫ਼ਤਰਾਂ ਵਿੱਚ ਏਸੀ ਦੀ ਠੰਡੀ ਹਵਾ ਲੈ ਰਿਹਾ ਹੈ, ਰਜ਼ਾਈਆਂ ਦੀ ਬੁੱਕਲ ਵਿੱਚ ਅੱਜ ਸੌ ਰਿਹਾ ਹੈ। ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਫੇਮਸ 6 ਅਤੇ ਵੀ ਮੀਡੀਆ ਦੀ ਖਾਸ ਪੇਸ਼ਕਸ਼ ਤੁਹਾਡੇ ਰੂਬਰੂ ਸੀ। ਮੈਨੂੰ ਭੁਪਿੰਦਰ ਸਿੰਘ ਵਿਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।